ਵੈਲਕਮ ਬੈਕ। ਮੈਂ ਮਨਵੀਰ ਕੌਰ। ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਕਿ ਪੰਜਾਬ ਦੀਆਂ ਲੈਂਡ ਸ਼ਾਰਕਸ ਜਿਹੜੀਆਂ ਜ਼ਮੀਨਾਂ ਖਾਂਦੀਆਂ ਨੇ, ਪੰਜਾਬ ਦਾ ਲੈਂਡ ਮਾਫੀਆ ਕਿਵੇਂ ਉਹਨਾਂ ਨੇ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚ ਰਾਦਰ ਪੂਰੇ ਪੰਜਾਬ ਦੇ ਵਿੱਚ ਜ਼ਮੀਨਾਂ ਨੂੰ ਖਾ ਲਿਆ ਨਜਾਇਜ਼ ਢੰਗ ਦੇ ਨਾਲ। ਜਿਵੇਂ ਪੰਜਾਬ 'ਚ ਰੇਤਾ ਮਾਫੀਆ ਚੱਲਦਾ, ਜਿਵੇਂ ਪੰਜਾਬ 'ਚ ਕੇਬਲ ਮਾਫੀਆ ਚੱਲਦਾ, ਉਵੇਂ ਪੰਜਾਬ ਦਾ ਲੈਂਡ ਮਾਫੀਆ ਵੀ ਬਹੁਤ ਮਸ਼ਹੂਰ ਆ 2007-08 ਤੋਂ ਹੀ। ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਕਮਿਸ਼ਨ ਤੇ, ਜਿਨ੍ਹਾਂ ਨੇ ਬਹੁਤ ਵੱਡੀ ਇੱਕ ਰਿਪੋਰਟ ਦਿੱਤੀ ਜਿਹੜੀ ਪੰਜਾਬ ਦੇ ਲੈਂਡ ਮਾਫੀਆ ਨੂੰ ਐਕਸਪੋਜ਼ ਕਰਦੀ ਆ। ਇੱਕ ਪੈਂਡੋਰਾ ਬਾਕਸ ਓਪਨ ਕਰਕੇ ਜਿਹੜੇ ਗੁੱਜੇ ਜਿਹੜੇ ਭੇਦ ਸੀਗੇ, ਜਿਹੜੀਆਂ ਧਾਂਦਲੀਆਂ ਹੋਈਆਂ ਸੀਗੀਆਂ, ਉਹਨਾਂ ਨੂੰ ਐਕਸਪੋਜ਼ ਕਰਦੀ ਹੈ। ਚੰਡੀਗੜ੍ਹ ਦੇ ਅਰਾਊਂਡ ਸ਼ਿਵਾਲਿਕ ਦੀਆਂ ਪਹਾੜੀਆਂ ਇੱਕ ਥੋੜਾ ਖੂਬਸੂਰਤ ਏਰੀਆ ਜਿੱਥੇ ਛੋਟੇ ਟਿੱਬੇ ਆਉਂਦੇ ਨੇ ਔਰ ਛੋਟੀਆਂ ਪਹਾੜੀਆਂ ਨੇ। ਉਹਦੇ ਅਰਾਊਂਡ ਪੰਜਾਬ ਦੇ ਪੋਲੀਟੀਸ਼ੀਅਨਸ ਨੇ, ਪੁਲਿਸ ਨੇ ਔਰ ਬਿਊਰੋਕਰੇਟਸ ਨੇ ਆਪਸ ਦਾ ਨੈਕਸਸ ਬਣਾ ਕੇ ਜ਼ਮੀਨਾਂ ਨੂੰ ਹਥਿਆ ਲਿਆ ਇਲੀਗਲ ਢੰਗ ਦੇ ਨਾਲ। ਜਿਹੜੀਆਂ ਜ਼ਮੀਨਾਂ ਸ਼ਾਮਲਾਟ ਦੀਆਂ ਜ਼ਮੀਨਾਂ ਸੀ, ਪਿੰਡ ਦੀ ਕਾਮਨ ਲੈਂਡ ਦੀਆਂ ਜ਼ਮੀਨਾਂ ਸੀ, ਜਿਹੜੀਆਂ ਪੰਚਾਇਤਾਂ ਨੂੰ ਬਿਲੋਂਗ ਕਰਦੀਆਂ ਸੀ ਔਰ ਜਿਹੜੀਆਂ ਫੋਰੈਸਟ ਡਿਪਾਰਟਮੈਂਟ ਨੂੰ, ਜੰਗਲਾਤ ਮਹਿਕਮੇ ਨੂੰ ਬਿਲੋਂਗ ਕਰਦੀਆਂ ਸੀ, ਉਹਨਾਂ ਤੇ ਵੀ ਇਲੀਗਲ ਕਬਜ਼ੇ ਕਰ ਲਏ ਗਏ ਸੀ ਬਹੁਤ ਸਾਲ ਪਹਿਲਾਂ ਤੋਂ ਹੀ। ਇਸ ਖਬਰ ਨੂੰ, ਇਹ ਸਾਰੀ ਦੀ ਸਾਰੀ ਜੋ ਸਕੈਮ ਸੀਗਾ, ਲੈਂਡ ਗ੍ਰੈਬਿੰਗ ਸਕੈਮ, ਉਹਨੂੰ ਜਸਟਿਸ ਕੁਲਦੀਪ ਸਿੰਘ ਦਾ ਜਿਹੜਾ ਟ੍ਰਿਬਿਊਨਲ ਬਣਿਆ ਸੀ ਉਹਨੇ ਐਕਸਪੋਜ਼ ਕੀਤਾ। ਸਾਰੀ ਵੀਡੀਓ ਜਸਟਿਸ ਕੁਲਦੀਪ ਸਿੰਘ ਦੇ ਟ੍ਰਿਬਿਊਨਲ ਤੇ ਆਧਾਰਿਤ ਹੀ ਇਹਦੇ ਵਿੱਚ ਗੱਲਬਾਤ ਕਰਾਂਗੇ। ਇਹਦੇ ਵਿੱਚ ਹਾਈ ਕੋਰਟ ਦਾ ਬਹੁਤ ਵੱਡਾ ਯੋਗਦਾਨ ਸੀ। ਹਾਈ ਕੋਰਟ ਦੀਆਂ ਹਦਾਇਤਾਂ ਤੇ ਹੀ ਇਹ ਟ੍ਰਿਬਿਊਨਲ ਬਣਿਆ ਸੀ, ਜਿਹਨੇ ਕਿਹਾ ਕਿ ਸਰਕਾਰੀ ਅਫਸਰਾਂ, ਰੈਵਨਿਊ ਆਫਿਸਰਸ ਤੇ ਪੰਚਾਇਤ ਆਫਿਸਰਸ, ਰੈਵਨਿਊ ਆਫਿਸਰਸ ਮਤਲਬ ਪਟਵਾਰੀਜ਼ ਐਂਡ ਕਨਗੋਜ਼ ਦੇ ਨੱਕ ਦੇ ਹੇਠ ਹੀ ਬਹੁਤ ਵੱਡੇ ਕਾਲੇ ਮਾਲੇ ਹੁੰਦੇ ਰਹੇ। ਇਹ ਜਿਹੜਾ ਪੋਲੀਟੀਕਲ, ਪੁਲਿਸ ਐਂਡ ਬਿਊਰੋਕਰੇਟ ਨੈਕਸਸ ਸੀ, ਇਹ ਇਸੇ ਕਮਿਸ਼ਨ ਦੀ ਰਿਪੋਰਟ ਨੇ ਹੀ ਇਸ ਨੈਕਸਸ ਨੂੰ ਇਹ ਨਾਮ ਦਿੱਤਾ ਕਿ ਜਿਹੜੇ VVIPs ਨੇ ਪੰਜਾਬ ਦੇ, ਬਹੁਤ ਵੱਡੇ ਵੱਡੇ VIPs ਐਂਡ VVIPs ਦੇ ਨਾਮ ਆਉਣਗੇ ਇਸ ਰਿਪੋਰਟ ਦੇ ਵਿੱਚ, ਜੋ ਮੈਂ ਤੁਹਾਡੇ ਅੱਗੇ ਖੋਲਾਂਗੀ। ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ, ਬੀਬੀ ਜਗੀਰ ਕੌਰ ਐਂਡ ਹੋਰ ਬਹੁਤ ਜਾਣਿਆਂ ਦੇ ਨਾਮ ਨੇ ਜਿਨ੍ਹਾਂ ਨੇ ਇਲੀਗਲ ਢੰਗ ਦੇ ਨਾਲ ਜ਼ਮੀਨਾਂ ਨੂੰ ਗ੍ਰੈਬ ਕੀਤਾ। ਸਾਲ 2006 ਦੇ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਇੱਕ ਜ਼ਿਲ੍ਹਾ ਡਿਕਲੇਅਰ ਹੁੰਦਾ ਔਰ ਉਸ ਤੋਂ ਬਾਅਦ ਜਿਹੜੀ ਮੋਹਾਲੀ ਦੀ ਡਿਵੈਲਪਮੈਂਟ ਸ਼ੁਰੂ ਹੋ ਜਾਂਦੀ ਹੈ। ਸੁਖਬੀਰ ਸਿੰਘ ਬਾਦਲ ਦਾ ਇੱਕ ਉਹਨਾਂ ਦਾ ਪਲਾਨ ਹੁੰਦਾ ਹੈ ਕਿ ਨਿਊ ਚੰਡੀਗੜ੍ਹ ਡਿਵੈਲਪ ਕਰਨਾ। ਉਹ ਨਿਊ ਚੰਡੀਗੜ੍ਹ ਡਿਵੈਲਪਮੈਂਟ ਦਾ ਜਦੋਂ ਮਾਸਟਰ ਪਲਾਨ ਬਣਦਾ ਔਰ ਜਦੋਂ ਇਹ ਚਰਚਾ ਹੀ ਸ਼ੁਰੂ ਹੁੰਦੀ ਹੈ, ਉਸ ਟਾਈਮ ਇਹ ਜ਼ਮੀਨਾਂ ਦੀ ਧਾਂਦਲੀ ਜਿਹੜੀ ਹੈ ਇਹ ਜ਼ਿਆਦਾ ਵੱਧ ਜਾਂਦੀ ਹੈ, ਕਿਉਂਕਿ ਜਿਹੜੇ ਵੱਡੇ ਲੋਕ ਨੇ, VVIPs ਲੋਕ ਨੇ, ਉਹਨਾਂ ਨੇ ਐਂਟੀਸਿਪੇਸ਼ਨ ਸੀ ਕਿ ਇਹ ਜ਼ਮੀਨਾਂ ਦੇ ਰੇਟ ਬਹੁਤ ਜ਼ਿਆਦਾ ਵਧਣ ਵਾਲੇ ਆ ਔਰ ਮੈਕਸਿਮਮ ਪਾਰਟੀਆਂ ਦੇ ਪੋਲੀਟੀਸ਼ੀਅਨਸ ਨੇ ਆਪਣੇ ਪਾਰਟੀਆਂ ਦੇ ਲੇਬਲ ਪਿੱਛੇ ਰੱਖ ਕੇ ਇਕੱਠੇ ਹੋ ਕੇ ਉੱਥੇ ਜ਼ਮੀਨਾਂ ਖਰੀਦੀਆਂ ਔਰ ਬਾਅਦ ਵਿੱਚ ਮਹਿੰਗੇ ਰੇਟਾਂ ਤੇ ਬਹੁਤ ਵੱਡੀਆਂ ਕੰਪਨੀਆਂ ਨੂੰ ਫਰਦਰ ਵੇਚੀਆਂ। ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਨੇ ਇਕੱਲੇ ਮੋਹਾਲੀ ਜ਼ਿਲ੍ਹੇ ਦੇ ਵਿੱਚ ਹੀ ਇਹ ਕਿਹਾ ਕਿ 25,000 ਏਕੜ ਦੇ ਉੱਤੇ ਨਜਾਇਜ਼ ਕਬਜ਼ਾ ਹੋਇਆ। ਉਹਨਾਂ ਨੇ ਅਨੁਮਾਨ ਲਗਾਇਆ ਕਿ ਅਗਰ ਕੱਲੇ ਇੱਕ ਡਿਸਟ੍ਰਿਕਟ ਦੇ ਵਿੱਚ 25,000 ਏਕੜ ਤੇ ਨਜਾਇਜ਼ ਕਬਜ਼ਾ ਹੈ, ਉਹ ਵੀ ਕਾਮਨ ਲੈਂਡ ਦਾ ਇਲੀਗਲ ਢੰਗ ਦੇ ਨਾਲ, ਤਾਂ ਇਹਦਾ ਮਤਲਬ ਇਹ ਹੋ ਸਕਦਾ ਕਿ ਪੂਰੇ ਪੰਜਾਬ ਦੇ ਵਿੱਚ 5 ਤੋਂ 6 ਲੱਖ ਏਕੜ ਤੱਕ ਜ਼ਮੀਨ ਤੇ ਨਜਾਇਜ਼ ਕਬਜ਼ਾ ਹੋਵੇ। ਇਹ ਉਹ ਜ਼ਮੀਨਾਂ ਨੇ ਜਿਹੜੀਆਂ ਖਾਸ ਤੌਰ ਤੇ ਕਾਮਨ ਲੈਂਡਸ ਨੇ, ਜਿਹੜੀਆਂ ਪਿੰਡ ਦੀ ਪੰਚਾਇਤ ਨੂੰ, ਸ਼ਾਮਲਾਟ ਨੂੰ ਬਿਲੋਂਗ ਕਰਦੀਆਂ ਨੇ। ਗੱਲ ਕਰਦੇ ਹਾਂ ਅੱਗੇ ਕਿ ਸਾਰੇ ਦਾ ਸਾਰਾ ਮਸਲਾ ਸ਼ੁਰੂ ਕਿੱਥੋਂ ਹੁੰਦਾ ਹੈ। ਸ਼ੁਰੂਆਤ ਹੁੰਦੀ ਹੈ ਸਾਲ 2007 ਤੋਂ, ਜਦੋਂ ਚੰਡੀਗੜ੍ਹ ਦੇ ਨੇੜਲੇ ਪਿੰਡ ਤੋਂ ਨਇਆ ਗਾਉਂ, ਇੱਕ ਪਿੰਡ ਹੈ ਜੋ ਚੰਡੀਗੜ੍ਹ ਦੇ ਬਿਲਕੁਲ ਨਾਲ PGI ਦੇ ਕੋਲ ਪੈਂਦਾ, ਔਰ ਨਾਲ ਹੀ ਇੱਕ ਪਿੰਡ ਹੈ ਕਾਂਸਲ, ਨਾਲ ਹੀ ਪਿੰਡ ਹੈ ਕਰੋੜਾ, ਜਿੱਥੇ ਜ਼ਮੀਨਾਂ ਵਾਕਈ ਹੀ ਮਲਟੀ ਕਰੋੜਸ ਦੇ ਵਿੱਚ ਨੇ। 8-8, 10-10 ਕਰੋੜ ਨੂੰ ਵੀ ਕਿੱਲੇ ਦਾ ਰੇਟ ਟੱਚ ਹੋਇਆ। ਹੋ ਸਕਦਾ ਇਸ ਤੋਂ ਵੀ ਅੱਗੇ ਦਾ ਰੇਟ ਹੋਵੇ, ਮੈਨੂੰ ਇਹਦੀ ਜਾਣਕਾਰੀ ਨਹੀਂ ਹੈ। ਪਰ ਜਿਹੜੀਆਂ ਜ਼ਮੀਨਾਂ ਮਹਿਜ ਕੁਛ ਹਜ਼ਾਰਾਂ ਦੀਆਂ ਸੀ, ਉਹਨਾਂ ਦੇ ਰੇਟ ਇੱਕਦਮ ਸ਼ੂਟ ਅਪ ਹੋਏ। VIPs ਨੇ ਉੱਥੇ ਜ਼ਮੀਨਾਂ ਗ੍ਰੈਬ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸਾਲ 2007 ਦੇ ਵਿੱਚ 2 ਕੇਸਿਸ ਆਉਂਦੇ ਆ। ਇੱਕ ਕੇਸ ਆਉਂਦਾ ਹੈ ਕਿ ਰਿਟ ਪਟੀਸ਼ਨ ਪਾਈ ਜਾਂਦੀ ਹੈ ਨਇਆ ਗਾਉਂ ਪਿੰਡ ਦੇ ਇੱਕ ਵਾਸੀ ਵੱਲੋਂ, ਔਰ ਉਹਨਾਂ ਨੇ ਰਿਟ ਪਟੀਸ਼ਨ 'ਚ ਕਿਹਾ ਹੁੰਦਾ ਕਿ ਇੱਕ ਪੰਜਾਬ ਦੇ VIP ਵੱਲੋਂ ਪਿੰਡ ਦੀ ਜ਼ਮੀਨ ਜਿਹੜੀ ਆ ਉਹਨੂੰ ਹਥਿਆ ਲਿਆ ਗਿਆ, ਉਹਦੇ ਤੇ ਕਬਜ਼ਾ ਕਰ ਲਿਆ ਗਿਆ। ਦੂਸਰੀ ਇੱਕ ਕ੍ਰਿਮੀਨਲ ਕੇਸ ਦਾਇਰ ਹੁੰਦਾ, ਉਹਦੇ ਵਿੱਚ ਵੀ ਸੇਮ ਕਾਂਸਲ ਪਿੰਡ ਦਾ ਹੀ ਇੱਕ ਵਸਨੀਕ ਹੁੰਦਾ। ਉਹਨਾਂ ਵੱਲੋਂ ਇਹ ਕਿਹਾ ਜਾਂਦਾ ਕਿ ਇੱਕ VIP ਵੱਲੋਂ ਜਿਹੜੀ ਜ਼ਮੀਨ ਆ ਉਹਦੇ ਤੇ ਨਜਾਇਜ਼ ਕਬਜ਼ਾ ਗਲਤ ਢੰਗ ਦੇ ਨਾਲ ਉਸ ਜ਼ਮੀਨ ਨੂੰ ਖਰੀਦ ਕੇ ਕਾਗਜ਼ ਗਲਤ ਬਣਾ ਕੇ ਔਰ ਨਜਾਇਜ਼ ਕਬਜ਼ਾ ਕੀਤਾ ਗਿਆ। ਇਹ ਜਿਹੜੇ 2 ਕੇਸ ਆ ਇਹ ਇੱਕ ਤਰ੍ਹਾਂ ਦੇ ਨਾਲ ਹਾਈ ਕੋਰਟ ਤੱਕ ਪਹੁੰਚਦੇ ਆ ਔਰ ਹਾਈ ਕੋਰਟ ਸੂਓ ਮੋਟੋ ਨੋਟਿਸ ਲੈ ਕੇ ਇਹਦੀ ਫਰਦਰ ਜਿਹੜੀ ਜਾਂਚ ਆ ਉਹ ਕਰਨ ਦੇ ਹੁਕਮ ਦਿੰਦੀ ਹੈ। ਨਾਲ ਹੀ 2007 ਦੇ ਵਿੱਚ ਹੀ ਹਾਈ ਕੋਰਟ ਦੇ ਵਿੱਚ ਇਹ ਵੀ ਇੱਕ ਪਟੀਸ਼ਨ ਜਾਂਦੀ ਹੈ ਕਿ ਜਿਹੜੇ ਚੰਡੀਗੜ੍ਹ ਦੇ ਵਿੱਚ ਸੈਟਲਡ VVIPs ਜਾਂ VIPs ਆ, ਮਤਲਬ ਕਿ ਜੱਜਸ, ਬਿਊਰੋਕਰੇਟਸ, ਪੋਲੀਟੀਸ਼ੀਅਨਸ ਆ, ਇਹਨਾਂ ਦੇ ਘਰਾਂ ਦੇ ਬਾਹਰ
ਟੈਂਟ ਲਗਾ ਕੇ ਜਿਹੜੀ ਇਹਨਾਂ ਦੀ ਸਿਕਿਉਰਿਟੀ ਗਾਰਡਸ ਆ ਉਹਨਾਂ ਦੇ ਰਹਿਣ ਦੇ ਲਈ ਇੰਤਜ਼ਾਮ ਕੀਤੇ ਹੋਏ ਆ, ਔਰ ਉਹ ਜਿਹੜੇ ਟੈਂਟ ਲੱਗੇ ਹੋਏ ਆ ਉਹ ਸਰਕਾਰੀ ਜ਼ਮੀਨ ਦੇ ਉੱਤੇ ਲੱਗੇ ਹੋਏ ਆ, ਮਤਲਬ ਕਿ ਐਨਕਰੋਚਮੈਂਟ ਆ। ਸੋ ਇਹਦੇ ਤੇ ਵੀ ਹਾਈ ਕੋਰਟ ਨੇ ਟੈਂਟ ਹਟਾਉਣ ਦੀ ਗੱਲ ਦਾ ਹੁਕਮ ਦਿੱਤਾ ਸੀ ਕਿ ਚਾਹੇ ਕੋਈ ਵੀ ਹੋਵੇ, ਕਾਨੂੰਨ ਦੀ ਨਿਗਾਹ ਦੇ ਵਿੱਚ ਜੱਜ, ਪੁਲਿਸ ਆਫੀਸਰ ਐਂਡ ਪੋਲੀਟੀਸ਼ੀਅਨ ਸਭ ਬਰਾਬਰ ਨੇ। ਉਹ ਜਿੰਨੇ ਵੀ ਟੈਂਟ ਸਰਕਾਰੀ ਜ਼ਮੀਨ ਤੇ ਲੱਗੇ ਆ ਉਹ ਅਨਆਥੋਰਾਈਜ਼ਡ, ਔਰ ਉਹਨਾਂ ਨੂੰ ਹਟਾਉਣਾ ਪਏਗਾ। ਉਹ ਹਟਾਏ ਵੀ ਗਏ ਬਾਅਦ ਵਿੱਚ, ਲੇਕਿਨ ਪੰਜਾਬ ਦੇ ਵਿੱਚ, ਮੋਹਾਲੀ ਦੇ ਵਿੱਚ ਐਂਡ ਆਪਣੇ ਪੰਜਾਬ ਦੇ ਹੋਰ ਇਲਾਕਿਆਂ ਦੇ ਵਿੱਚ ਇੱਦਾਂ ਨਹੀਂ ਹੋਇਆ, ਬਟ ਚੰਡੀਗੜ੍ਹ ਦੇ ਵਿੱਚ ਉਹ ਟੈਂਟ ਹਿਲਾ ਦਿੱਤੇ ਗਏ ਸੀ। ਲੇਕਿਨ ਇਹ ਜਿਹੜਾ 2007 ਦਾ ਸਿਨੈਰੀਓ ਸੀ, ਉਹ ਇੱਕ ਸਿਨੈਰੀਓ ਇੱਦਾਂ ਦਾ ਸੀ ਜਦੋਂ ਐਨਕਰੋਚਮੈਂਟ ਦੇ ਖਿਲਾਫ ਜਿਹੜੀਆਂ ਕੇਸਿਸ ਸੀਗੇ ਉਹ ਬਹੁਤ ਵੱਧ ਰਹੇ ਸੀ, ਔਰ ਉਸ ਤੋਂ ਬਾਅਦ ਹਾਈ ਕੋਰਟ ਨੇ ਇੱਕ ਸੂਓ ਮੋਟੋ ਨੋਟਿਸ ਲਿਆ ਔਰ ਪੰਜਾਬ ਸਰਕਾਰ ਨੂੰ ਕਾਰਵਾਈ ਕਰਨ ਲਈ ਕਿਹਾ ਕਿ ਇਹਨਾਂ ਚੀਜ਼ਾਂ ਤੇ ਜਿਹੜੇ VIPs ਲੈਂਡ ਗ੍ਰੈਬ ਕਰ ਰਹੇ ਆ, ਜ਼ਮੀਨਾਂ ਨੂੰ ਕਬਜ਼ਾ ਰਹੇ ਆ, ਉਹਦੇ ਤੇ ਕਾਰਵਾਈ ਹੋਵੇ। ਪਰ ਪੰਜਾਬ ਸਰਕਾਰ ਵੱਲੋਂ ਕੋਈ ਖਾਸ ਕੰਕਰੀਟ ਜਿਹੜੀ ਐਫਰਟਸ ਜਾਂ ਪ੍ਰੂਫ ਜਾਂ ਜਿਹੜੇ ਵੱਡੇ ਲੋਕਾਂ ਦੇ VIPs ਦੇ ਨਾਮ ਆਏ ਸੀ, ਜਿਹਦੇ ਵਿੱਚ IAS ਆਫੀਸਰ ਸੀ, DGP ਸੀਗੇ ਪੁਰਾਣੇ, ਉਹਨਾਂ ਦੇ ਖਿਲਾਫ ਕੋਈ ਵੀ ਕੰਕਰੀਟ ਰਿਜ਼ਲਟ ਨਹੀਂ ਦਿੱਤਾ ਗਿਆ, ਜਿਹਦੇ ਕਰਕੇ ਹਾਈ ਕੋਰਟ ਨੇ ਫਰਦਰ ਇੱਕ ਟ੍ਰਿਬਿਊਨਲ ਸੈਟਅਪ ਕੀਤਾ। ਸਭ ਤੋਂ ਪਹਿਲਾਂ ਹਾਈ ਕੋਰਟ ਨੇ ਇੱਕ ਕਮਿਸ਼ਨ ਬਣਾਇਆ। ਉਸ ਕਮਿਸ਼ਨ ADGP ਚੰਦਰ ਸ਼ੇਖਰ ਦੇ ਨਾਮ ਦੇ ਅੰਦਰ ਆਉਂਦਾ ਸੀਗਾ, ਉਹਨਾਂ ਨੇ ਕੰਮ ਕਰਨਾ ਸੀ, ਪਰ ਉਹ ਛੇਤੀ ਹੀ ਸੇਵਾ ਮੁਕਤ ਹੋ ਗਏ। ਇਸ ਕਰਕੇ ਹਾਈ ਕੋਰਟ ਨੇ ਫਰਦਰ ਇੱਕ ਟ੍ਰਿਬਿਊਨਲ ਸੈਟਅਪ ਕੀਤਾ 2012 ਦੇ ਵਿੱਚ। ਉਸ ਟ੍ਰਿਬਿਊਨਲ ਦਾ ਨਾਮ ਸੀ ਜਸਟਿਸ ਕੁਲਦੀਪ ਸਿੰਘ ਟ੍ਰਿਬਿਊਨਲ। ਉਸ ਟ੍ਰਿਬਿਊਨਲ ਦੇ ਵਿੱਚ 3 ਮੈਂਬਰ ਸੀ। ਇੱਕ ਰਿਟਾਇਰਡ ਜਸਟਿਸ ਸੀਗੇ ਆਪਣੇ ਭਾਰਤ ਦੇ ਕੁਲਦੀਪ ਸਿੰਘ ਜੀ, ਦੂਸਰੇ ਮੈਂਬਰ ਸੀ ਐਡਵੋਕੇਟ PN ਅਗਰਵਾਲ, ਔਰ ਤੀਸਰੇ ਮੈਂਬਰ ਸੀ ਸੈਸ਼ਨ ਜੱਜ BR ਗੁਪਤਾ। ਇਹਨਾਂ ਤਿੰਨਾਂ ਦੀ ਅਗਵਾਈ ਦੇ ਵਿੱਚ, ਇਹਦੇ ਵਿੱਚ ਮੇਨ ਲੀਡ ਕਰ ਰਹੇ ਸੀ ਜਸਟਿਸ ਕੁਲਦੀਪ ਸਿੰਘ ਜੀ। ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਕਮਿਸ਼ਨ ਸੈਟਅਪ ਹੋਇਆ। ਇਸ ਕਮਿਸ਼ਨ ਦਾ ਕੰਮ ਇਹ ਸੀ, ਹਾਈ ਕੋਰਟ ਨੂੰ ਸ਼ੰਕਾ ਸੀ ਕਿ ਇਹ ਜਿਹੜਾ ਇਲੀਗਲ ਲੈਂਡ ਗ੍ਰੈਬਿੰਗ ਦੇ ਕੇਸ ਆ, ਕੰਪਲੇਂਟਸ ਆ, ਇਹਦੇ ਵਿੱਚ ਬਹੁਤ ਕੁਝ ਛੁਪਿਆ ਹੋਇਆ, ਔਰ ਇਹ ਜਿਹੜਾ ਕਮਿਸ਼ਨ ਹੈ ਇਹ ਇੱਕ ਪੈਂਡੋਰਾ ਬਾਕਸ ਖੋਲ ਕੇ ਲੋਕਾਂ ਦੇ ਅੱਗੇ ਪੂਰੇ ਦੇ ਪੂਰੇ ਜੋ ਧਾਂਦਲੀਆਂ ਹੋਈਆਂ ਨੇ ਉਹਨਾਂ ਨੂੰ ਐਕਸਪੋਜ਼ ਕਰੇਗਾ, ਲੋਕਾਂ ਦੇ ਅੱਗੇ ਰੱਖੇਗਾ, ਔਰ ਵੱਡੇ ਵੱਡੇ ਇਨਫਲੂਐਂਸ਼ੀਅਲ ਲੋਕ ਇਹਦੇ ਵਿੱਚ ਘਸੀਟੇ ਜਾਣਗੇ। ਹਾਈ ਕੋਰਟ ਨੇ ਇੱਥੋਂ ਤੱਕ ਕਿਹਾ ਕਿ ਇਹ ਜਿਹੜਾ ਕੇਸ ਹੈ ਲੈਂਡ ਗ੍ਰੈਬਿੰਗ ਦੇ, ਇਹਦੀ ਗ੍ਰੈਵਿਟੀ ਜੋ ਸੈਂਟਰ ਦੇ ਵਿੱਚ 2G ਸਪੈਕਟਰਮ ਕੇਸ ਹੋਇਆ ਸੀ, ਉਸ ਕਰਪਸ਼ਨ ਸਕੈਮ ਦੇ ਨਾਲ ਵੀ ਮਿਲਦੀ ਜੁਲਦੀ ਗ੍ਰੈਵਿਟੀ ਇਹਦੀ ਹੋ ਸਕਦੀ ਹੈ ਕਿ ਇੱਕ ਬਹੁਤ ਵੱਡਾ ਕੇਸ ਹੋਏਗਾ। ਸੋ ਹਾਈ ਕੋਰਟ ਵੱਲੋਂ ਟ੍ਰਿਬਿਊਨਲ ਸੈਟਅਪ ਕੀਤਾ ਜਾਂਦਾ ਹੈ। ਇਸ ਟ੍ਰਿਬਿਊਨਲ ਦਾ ਕੰਮ ਇਹ ਹੁੰਦਾ, ਇਨੀਸ਼ੀਅਲ ਦੇ ਵਿੱਚ ਤਾਂ ਇਹਨਾਂ ਨੂੰ ਸਿਰਫ ਇਹੀ ਕੰਮ ਪ੍ਰਪੋਜ਼ ਕੀਤਾ ਜਾਂਦਾ ਹਾਈ ਕੋਰਟ ਵੱਲੋਂ ਕਿ ਜਿਹੜੀਆਂ ਕਾਮਨ ਲੈਂਡਸ ਆ ਮੋਹਾਲੀ ਦੇ ਅਰਾਊਂਡ, ਇਹਨਾਂ ਦੀ ਸਾਰੀ ਜਿਹੜੇ ਨਜਾਇਜ਼ ਕਬਜ਼ੇ ਆ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਔਰ ਉਹਨਾਂ ਦਾ ਫਰਦਰ ਡਿਸਾਈਡ ਕੀਤਾ ਜਾਵੇ ਕਿ ਕਿੱਥੇ ਗਲਤ ਸੀ, ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਜਾਵੇ। ਪਰ ਬਾਅਦ ਦੇ ਵਿੱਚ ਹਾਈ ਕੋਰਟ ਨੇ ਜਿੰਨੇ ਵੀ ਹੋਰ ਪੈਂਡਿੰਗ ਕੇਸਿਸ ਸੀਗੇ ਲੈਂਡ ਗ੍ਰੈਬ ਦੇ, ਜਿੱਥੇ ਨਜਾਇਜ਼ ਕਬਜ਼ੇ ਸਰਕਾਰੀ ਜ਼ਮੀਨਾਂ ਤੇ ਕੀਤੇ ਹੋਏ ਸੀ, ਉਹ ਵਾਲੇ ਕੇਸ ਵੀ ਪੂਰੇ ਪੰਜਾਬ ਦੇ ਔਰ ਇੱਕ ਤਰ੍ਹਾਂ ਨਾਲ ਪੂਰੀ ਸਟੇਟ ਹੀ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਦੇ ਅੰਦਰ ਲਿਆ ਕੇ ਉਹਨਾਂ ਨੂੰ ਫਰਦਰ ਇਨਕੁਆਇਰੀ ਕਰਨ ਲਈ ਕਹਿ ਦਿੱਤਾ ਗਿਆ। ਨਾਲ ਹੀ ਹਾਈ ਕੋਰਟ ਨੇ ਉਸ ਸਮੇਂ 2012 ਦੇ ਵਿੱਚ ਉਸ ਸਮੇਂ ਦੀ ਸਰਕਾਰ ਨੂੰ ਕਿਹਾ ਕਿ ਇਸ ਕਮਿਸ਼ਨ ਨੂੰ ਬਣਦਾ ਸਟਾਫ ਦਿੱਤਾ ਜਾਵੇ ਔਰ ਬਹਿਣ ਲਈ ਜਗ੍ਹਾ ਦਿੱਤੀ ਜਾਵੇ ਔਰ ਬਣਦੀ ਸਪੋਰਟ ਦਿੱਤੀ ਜਾਵੇ ਤਾਂ ਕਿ ਇਹ ਕੰਮ ਕਰ ਸਕਣ। ਪਰ ਉਸ ਸਮੇਂ ਪੰਜਾਬ ਦੀ ਸਰਕਾਰ ਵੱਲੋਂ ਕੋਈ ਜ਼ਿਆਦਾ ਸਪੋਰਟ, ਸ਼੍ਰੋਮਣੀ ਅਕਾਲੀ ਦਲ ਐਂਡ BJP ਦੀ ਸਰਕਾਰ ਸੀ, ਉਹਨਾਂ ਵੱਲੋਂ ਜ਼ਿਆਦਾ ਸਪੋਰਟ ਇਸ ਕਮਿਸ਼ਨ ਨੂੰ ਨਹੀਂ ਦਿੱਤੀ ਗਈ। ਹਾਈ ਕੋਰਟ ਵੱਲੋਂ ਜਦੋਂ ਇਹ ਟ੍ਰਿਬਿਊਨਲ ਬਣਾਇਆ ਗਿਆ ਤਾਂ ਇਹਦਾ ਮਤਲਬ ਇਹ ਹੋਇਆ ਕਿ ਉਸ ਸਮੇਂ ਹਾਈ ਕੋਰਟ ਨੇ ਪਹਿਲਾਂ ਪੰਜਾਬ ਦੀ ਸਰਕਾਰ ਨੂੰ ਕੰਮ ਕਰਨ ਦਾ ਮੌਕਾ ਦਿੱਤਾ ਸੀ, ਪਰ ਪੰਜਾਬ ਸਰਕਾਰ ਪੂਰੀ ਕੰਕਰੀਟ ਢੰਗ ਦੇ ਨਾਲ ਔਰ ਪੂਰੇ ਸਪਸ਼ਟ ਐਂਡ ਕਲੀਅਰ ਢੰਗ ਦੇ ਨਾਲ ਕੰਮ ਨਾ ਕਰ ਪਾਈ। ਇਸੇ ਕਰਕੇ ਹਾਈ ਕੋਰਟ ਨੂੰ ਇੱਕ ਟ੍ਰਿਬਿਊਨਲ ਬਣਾਉਣ ਦੀ ਜ਼ਰੂਰਤ ਪਈ। ਇਸ ਟ੍ਰਿਬਿਊਨਲ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਐਂਡ BJP ਦੀ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਆਪਣੀ ਪਟੀਸ਼ਨ ਨੂੰ ਮੂਵ ਕੀਤਾ ਕਿ ਇਹ ਜਿਹੜਾ ਕਮਿਸ਼ਨ ਹੈ ਨਹੀਂ ਬਣਨਾ ਚਾਹੀਦਾ, ਪਰ ਸੁਪਰੀਮ ਕੋਰਟ ਨੇ ਉਹਦੇ ਤੇ ਸਟੇ ਨਹੀਂ ਸੀ ਲਗਾਈ ਔਰ ਇਹ ਕਮਿਸ਼ਨ ਫਰਦਰ ਅੱਗੇ ਆਪਣੀ ਕੰਮ ਕਰਦਾ ਰਿਹਾ। ਹੁਣ ਇਸ ਕਮਿਸ਼ਨ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਵੱਲੋਂ ਪਹਿਲੀ ਰਿਪੋਰਟ 10 ਮਹੀਨਿਆਂ ਬਾਅਦ ਹੀ ਸਬਮਿਟ ਕਰ ਦਿੱਤੀ ਗਈ ਸੀ। ਉਹ ਰਿਪੋਰਟ ਦੇ ਵਿੱਚ ਹਾਈਲੀ ਇਨਫਲੂਐਂਸ਼ੀਅਲ ਪੋਲੀਟੀਕਲ ਐਂਡ ਬਿਊਰੋਕ੍ਰੈਟਿਕ ਜਿਹੜੇ ਲੋਕ ਸੀ, ਇਨਕਲੂਡਿੰਗ ਪੁਲਿਸ ਆਫੀਸਰਸ, ਉਹਨਾਂ ਦੇ ਨਾਮ ਨਿਕਲ ਕੇ ਸਾਹਮਣੇ ਆਉਂਦੇ ਆ। ਉਹਨਾਂ ਨੇ ਕਿਵੇਂ ਜ਼ਮੀਨਾਂ ਦੇ ਵਿੱਚ ਧਾਂਦਲੀ ਕੀਤੀ ਔਰ ਕਿਵੇਂ ਰੈਵਨਿਊ ਆਫੀਸਰਸ, ਪਟਵਾਰੀ, ਕਨਗੋਜ਼ ਐਂਡ ਹੋਰ ਜਿਹੜਾ ਡਿਪਾਰਟਮੈਂਟ ਦੇ ਲੋਕ ਹੁੰਦੇ ਆ, ਪਲੱਸ ਨਾਲ ਹੀ ਪੰਚਾਇਤ ਆਫੀਸਰਸ ਨਾਲ ਮਿਲ ਕੇ ਕਿਵੇਂ ਜ਼ਮੀਨਾਂ ਨੂੰ ਗਲਤ ਢੰਗ ਦੇ ਨਾਲ ਕਬਜ਼ਾ ਕੀਤਾ ਔਰ ਕਿਵੇਂ ਡਾਕੂਮੈਂਟਸ ਦੇ ਵਿੱਚ ਹੇਰ-ਫੇਰ। ਇਸ ਰਿਪੋਰਟ ਦੇ ਵਿੱਚ ਜੋ ਨਾਮ ਆਏ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾ ਨਾਮ SGPC ਦੇ ਪ੍ਰਧਾਨ ਰਹੇ ਔਰ ਆਪਣੇ ਮਿਨਿਸਟਰ ਹੈ ਬੀਬੀ ਜਗੀਰ ਕੌਰ ਜੀ ਦਾ ਹੁੰਦਾ, ਜਿਨ੍ਹਾਂ ਨੇ ਕਈ ਏਕੜ ਜ਼ਮੀਨ ਜਿਹੜੀ ਸੀ ਉੱਥੇ ਇਸ ਢੰਗ ਦੇ ਨਾਲ ਲਈ ਹੋਈ ਸੀ। ਨਾਲ ਹੀ ਪੰਜਾਬ ਦੇ ex CM ਕੈਪਟਨ ਅਮਰਿੰਦਰ ਸਿੰਘ ਜੀ ਦਾ
ਨਾਮ ਆਉਂਦਾ ਹੈ ਕਿ ਉਹਨਾਂ ਵੱਲੋਂ ਵੀ ਜ਼ਮੀਨ ਜਿਹੜੀ ਆ ਉੱਥੇ ਗ੍ਰੈਬ ਕੀਤੀ ਗਈ ਹੈ। ਇਸ ਤੋਂ ਇਲਾਵਾ ਪੰਜਾਬ ਦੇ ਪੁਰਾਣੇ ਰਹਿ ਕੋਈ ਗਵਰਨਰ ਸੀ, ਉਹਨਾਂ ਦੇ ਬੇਟੇ ਵੱਲੋਂ ਵੀ ਉੱਥੇ ਕਈ ਏਕੜ ਜ਼ਮੀਨ ਤੇ ਇਸੇ ਢੰਗ ਦੇ ਨਾਲ ਪਰਚੇਸ ਕਰਕੇ ਡੀਡਸ ਬਣਾਈਆਂ ਗਈਆਂ ਸੀ, ਜਿਹਦੇ ਵਿੱਚ ਬਹੁਤ ਸਾਰੇ ਫਾਲਟ ਸੀ। ਪੰਜਾਬ ਦੇ ਪੁਰਾਣੇ ਡੀਜੀਪੀ ਇਹਦੇ ਵਿੱਚ ਸ਼ਾਮਿਲ ਸੀ, ਉਹਨਾਂ ਦੀਆਂ ਜ਼ਮੀਨਾਂ ਵੀ ਸੀ। ਨਾਲ ਹੀ ਪੰਜਾਬ ਦੇ ਪੁਰਾਣੇ ਇਲੈਕਸ਼ਨ ਕਮਿਸ਼ਨਰ ਸੀ, ਆਈਏਐਸ ਆਫੀਸਰ, ਉਹਨਾਂ ਦੀਆਂ ਵੀ ਜ਼ਮੀਨਾਂ ਇਸ ਸ਼ਿਵਾਲਿਕ ਹਿੱਲ ਦੀਆਂ ਪਹਾੜੀਆਂ ਦੇ ਵਿੱਚ, ਮੋਹਾਲੀ ਦੇ ਨਾਲ ਲੱਗਦੇ ਇਲਾਕੇ, ਬੇਸਿਕਲੀ ਚੰਡੀਗੜ੍ਹ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਉਹਨਾਂ ਦੀਆਂ ਜ਼ਮੀਨਾਂ ਸੀ। ਇਸ ਤੋਂ ਇਲਾਵਾ ਬਹੁਤ ਤਰ੍ਹਾਂ ਦੀਆਂ ਸੁਸਾਇਟੀਜ਼ ਵੀ ਬਣੀਆਂ ਹੋਈਆਂ ਸੀ, ਜਿਨ੍ਹਾਂ ਸੁਸਾਇਟੀਜ਼ ਦੇ ਵਿੱਚ ਆਪਾਂ ਜਾਣਦੇ ਹਾਂ ਕਈ ਤਰ੍ਹਾਂ ਦੀਆਂ ਕੋਆਪਰੇਸ਼ਨ, ਐਨਜੀਓਜ਼ ਐਂਡ ਟਰਸਟ ਐਂਡ ਸੁਸਾਇਟੀਜ਼ ਆਪਾਂ ਬਣਾ ਸਕਦੇ ਹਾਂ ਕੁਝ ਲੋਕ ਇਕੱਠੇ ਹੋ ਕੇ। ਇਸੇ ਤਰ੍ਹਾਂ ਦੀਆਂ ਸੁਸਾਇਟੀਜ਼ ਬਣੀਆਂ ਸੀ ਜਿਹਦੇ ਵਿੱਚ ਜ਼ਿਆਦਾਤਰ ਬਿਊਰੋਕਰੇਟ ਸੀਗੇ, ਜ਼ਿਆਦਾਤਰ ਜਿਹੜੇ ਪੋਲੀਟੀਸ਼ੀਅਨ ਸੀਗੇ ਉਹ ਸੀਗੇ, ਔਰ ਜ਼ਿਆਦਾਤਰ ਆਈਏਐਸ ਆਈਪੀਐਸ ਆਫੀਸਰ ਸੀ ਜਿਨ੍ਹਾਂ ਵੱਲੋਂ ਸੁਸਾਇਟੀਜ਼ ਬਣਾਈਆਂ ਗਈਆਂ ਸੀ। ਉਹਨਾਂ ਸੁਸਾਇਟੀਜ਼ ਦੇ ਨਾਮ ਹੇਠ ਬਹੁਤ ਸਾਰੀ ਜ਼ਮੀਨ ਜਿਹੜੀ ਆ ਉਹ ਇਕੱਠੀ ਕੀਤੀ ਗਈ। 2003 ਦੇ ਵਿੱਚ 21 ਏਕੜ ਤੋਂ ਵੱਧ ਜ਼ਮੀਨ ਖਰੀਦੀ ਗਈ ਮਹਿਜ਼ 8.16 ਕਰੋੜ ਦੇ ਵਿੱਚ, ਔਰ ਕੁਝ ਕੁ ਸਮੇਂ ਦੇ ਵਿੱਚ ਹੀ ਇੱਕ ਵੱਡੀ ਕੰਪਨੀ ਜੋ ਕਿ ਟਾਟਾ ਦੀ ਹਾਊਸਿੰਗ ਕੰਪਨੀ ਸੀ, ਉਸ ਨੂੰ ਉਹ ਜ਼ਮੀਨ 96 ਕਰੋੜ ਤੋਂ ਵੀ ਵੱਧ ਰੁਪਏ ਦੇ ਵਿੱਚ ਵੇਚ ਦਿੱਤੀ ਜਾਂਦੀ ਹੈ। ਇਹਦੇ ਵਿੱਚ ਵੀ ਇਸ ਕਮਿਸ਼ਨ ਨੇ ਪਾਇਆ ਕਿ ਇਹਦੇ ਵਿੱਚ ਧਾਂਦਲੀ ਹੋਈ ਸੀ, ਬਹੁਤ ਨਿਗੁਣੇ ਪੈਸਿਆਂ ਦੇ ਉੱਤੇ, ਜਸਟ ਫॉर ਪੀਨਟਸ, ਮੂੰਗਫਲੀ ਬਦਲੀ ਇਹਨਾਂ ਨੂੰ ਇੰਨੀ ਸਸਤੀ ਜ਼ਮੀਨ ਇਹਨਾਂ ਨੇ ਆਪਣੀ ਇਨਫਲੂਐਂਸ ਦੇ ਨਾਲ ਗ੍ਰੈਬ ਕਰ ਲਈ, ਔਰ ਗ੍ਰੈਬ ਕਰਕੇ ਜਿਹੜੀ ਜ਼ਮੀਨ 8 ਕਰੋੜ ਦੀ ਲਈ ਸੀ, ਮਹਿਜ ਕੁਝ ਮਹੀਨਿਆਂ ਬਾਅਦ ਹੀ 96 ਕਰੋੜ ਦੀ ਇੱਕ ਬਹੁਤ ਵੱਡੀ ਹਾਊਸਿੰਗ ਸੁਸਾਇਟੀ ਨੂੰ ਵੇਚ ਦਿੱਤੀ। ਹੁਣ ਇਹ ਜਿਹੜੀ ਸੁਸਾਇਟੀ ਜਿਹਨੇ 8 ਕਰੋੜ ਦੀ ਜ਼ਮੀਨ ਖਰੀਦੀ ਸੀ, ਉਹਦੇ ਵਿੱਚ 95 ਪੋਲੀਟੀਸ਼ੀਅਨਸ ਆਪਣੇ ਸ਼ਾਮਲ ਸੀ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸੁਸਾਇਟੀਜ਼ ਆ, ਜਿਵੇਂ ਵਰਕਿੰਗ ਵਿਮਨ ਸੁਸਾਇਟੀ, ਇਸ ਤੋਂ ਇਲਾਵਾ ਪੰਜਾਬ ਦੀ ਹਾਊਸਿੰਗ ਬਿਲਡਿੰਗ ਸੁਸਾਇਟੀ ਕਿਸੇ ਤਰ੍ਹਾਂ ਸੀ, ਨਾਲ ਹੀ ਇੱਕ ਕਾਂਸਲ ਹਾਊਸਿੰਗ ਸੁਸਾਇਟੀ ਐਂਡ ਟ੍ਰਿਬਿਊਨ ਇੰਪਲੋਈਜ਼ ਦੀ ਸੁਸਾਇਟੀ, ਫਰੈਂਡਸ ਵੈਲਫੇਅਰ ਸੁਸਾਇਟੀ ਸਮਥਿੰਗ, ਐਂਡ ਇਸੇ ਤਰ੍ਹਾਂ ਇੱਕ ਡਿਫੈਂਸ ਦੇ ਆਰਮੀ ਦੇ ਨਾਲ ਜੁੜੀ ਹੋਈ ਸੁਸਾਇਟੀ ਵੱਲੋਂ ਵੀ ਜ਼ਮੀਨਾਂ ਬਹੁਤ ਜ਼ਿਆਦਾ ਲੈਵਲ ਤੇ ਇਕੱਠੀਆਂ ਕਰਕੇ ਉਹਨਾਂ ਨੂੰ ਬਹੁਤ ਸਸਤੇ ਲੈਵਲ ਤੇ ਖਰੀਦਿਆ ਗਿਆ, ਔਰ ਅੱਗੇ ਬਹੁਤ ਵੱਡੀਆਂ ਹਾਊਸਿੰਗ ਸੁਸਾਇਟੀਆਂ ਨੂੰ ਜਿਵੇਂ ਟਾਟਾ ਨੂੰ ਵੀ ਵੇਚੀ ਗਈ। ਟਾਟਾ ਦੀ ਹਾਊਸਿੰਗ ਜਿਹੜੇ ਉਹਨਾਂ ਦਾ ਕੰਪਨੀ ਆ, ਉਹਨੂੰ ਵੀ ਇਹ ਜ਼ਮੀਨ ਬਹੁਤ ਮਹਿੰਗੇ ਭਾਅ ਦੇ ਉੱਤੇ ਵੇਚੀ ਗਈ। ਇਸ ਕਮਿਸ਼ਨ ਨੇ ਹੋਰ ਵੀ ਬਹੁਤ ਇਨਫਲੂਐਂਸ਼ੀਅਲ ਬਿਜ਼ਨਸਮੈਨ, ਆਰਮੀ ਵਾਲੇ ਐਂਡ ਬਹੁਤ ਵੱਡੇ ਜਿਹੜੇ ਜਿਨ੍ਹਾਂ ਦਾ ਨਾਮ ਪੰਜਾਬ ਜਾਣਦਾ ਆ, ਉਹਨਾਂ ਦੇ ਨਾਮ ਇਹਦੇ ਵਿੱਚ ਲਏ, ਜਿਹਦੇ ਵਿੱਚ ਇਮੀਗ੍ਰੇਸ਼ਨ ਕੰਸਲਟੈਂਸੀ ਸਰਵਿਸ ਇੱਕ ਬਹੁਤ ਵੱਡੇ ਲੈਵਲ ਤੇ ਇਮੀਗ੍ਰੇਸ਼ਨ ਫਰਮ ਚਲਾਉਣ ਵਾਲੇ ਇੱਕ ਬਿਜ਼ਨਸਮੈਨ ਦਾ ਨਾਮ ਬਹੁਤ ਵੱਡੇ ਲੈਵਲ ਤੇ ਆਉਂਦਾ, ਆਰਮੀ ਤੋਂ ਰਿਟਾਇਰਡ ਕਰਨਲ ਬ੍ਰਿਗੇਡੀਅਰਸ ਦੇ ਨਾਮ ਆਉਂਦੇ ਨੇ, ਐਂਡ ਹੋਰ ਵੀ ਜਿਹੜੇ ਇਨਫਲੂਐਂਸ਼ੀਅਲ ਲੋਕ, ਮਤਲਬ ਕਿ ਜਿਹੜੇ ਲੋਕ ਆਪਣਾ ਪ੍ਰਭਾਵ ਕਿਸੇ ਤੇ ਪਾ ਕੇ ਜ਼ਮੀਨ ਨੂੰ ਲੈਣ ਦੀ ਸਮਰੱਥਾ ਰੱਖਦੇ ਸੀ, ਉਹਨਾਂ ਨੇ ਲਈਆਂ। ਇਸ ਰਿਪੋਰਟ ਨੇ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਨੇ ਆਲਮੋਸਟ ਚੰਡੀਗੜ੍ਹ ਮੋਹਾਲੀ ਦੇ ਵਿੱਚ 38 ਪਿੰਡਾਂ ਦੇ ਵਿੱਚ ਉਹਨਾਂ ਨੇ ਆਪਣੇ ਇਨਵੈਸਟੀਗੇਸ਼ਨ ਨੂੰ ਪਰਸੂ ਕੀਤਾ, ਔਰ ਉਹ ਇਨਵੈਸਟੀਗੇਸ਼ਨ ਕਿਵੇਂ ਕਰਦੇ ਸੀ, ਲੈਂਡ ਰੈਵਨਿਊ ਜਿਹੜੇ ਲੈਂਡ ਰੈਵਨਿਊ ਦੇ ਡਾਕੂਮੈਂਟ ਸੀਗੇ ਉਹ ਚੈੱਕ ਕਰਦੇ ਸੀ, ਜਿਵੇਂ ਕਿ ਫਰਦਾ ਐਂਡ ਬਿਆਨੇ ਐਂਡ ਜੋ ਵੀ ਉਹ ਜ਼ਮੀਨਾਂ ਦੀ ਖਰੀਦੋ ਫਰੋਖਤ ਦੇ ਵਿੱਚ ਡੀਲਸ ਐਂਡ ਜੋ ਵੀ ਕਾਗਜ਼ਾਤ ਹੁੰਦੇ ਨੇ, ਜਿਵੇਂ ਨਿਸ਼ਾਨਦੇਹੀਆਂ, ਇੰਤਕਾਲ ਵਗੈਰਾ। ਸੋ ਇਹਨਾਂ ਡਾਕੂਮੈਂਟਸ ਨੂੰ ਚੈੱਕ ਕਰਨ ਤੋਂ ਬਾਅਦ ਉਹਨਾਂ ਨੇ ਆਪਣੀਆਂ ਰਿਪੋਰਟਸ ਬਣਾਈਆਂ। ਉਹਨਾਂ ਨੇ ਜੋ ਚੰਡੀਗੜ੍ਹ ਦੀ ਪੈਰੀਫਰੀ ਦੇ ਨੇੜੇ ਦੇ ਪਿੰਡ ਨੇ, ਜਿਵੇਂ ਕਿ ਕਾਂਸਲ, ਕਰੋੜਾ, ਮਾਜਰੀ ਹੋ ਗਿਆ, ਐਂਡ ਇੱਦਾਂ ਦੇ ਹੋਰ 38 ਪਿੰਡ ਸੀ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਆਪਣੀ ਇਨਕੁਆਇਰੀ ਕੀਤੀ, ਔਰ ਉਹਦੇ 'ਚੋਂ ਇੱਕ ਖਬਰਾਂ ਨਿਕਲ ਕੇ ਆਈਆਂ ਕਿ 25,000 ਏਕੜ ਤੇ ਨਜਾਇਜ਼ ਕਬਜ਼ਾ ਆ, ਜਿਹਦੀ ਕੀਮਤ ਕਈ ਲੱਖ ਕਰੋੜਾਂ ਦੇ ਵਿੱਚ ਉਸ ਜ਼ਮੀਨ ਦੀ ਹੋ ਸਕਦੀ ਹੈ। ਐਗਜ਼ਾਮਪਲ ਲੈਂਦੇ ਹਾਂ ਕਰੋੜਾ ਪਿੰਡ ਦੀ। ਕਰੋੜਾ ਪਿੰਡ ਚੰਡੀਗੜ੍ਹ ਤੋਂ ਜਦੋਂ ਨਿਕਲਦੇ ਹਾਂ, ਨਿਊ ਚੰਡੀਗੜ੍ਹ ਦੇ ਵਿੱਚ ਇੱਕ ਬਹੁਤ ਫੇਮਸ ਪਿੰਡ ਹੈ ਜਿਹੜਾ ਹੁਣ ਸ਼ਹਿਰ ਦੇ ਬਿਲਕੁਲ ਵਿੱਚ ਆ ਚੁੱਕਿਆ, ਕਿਉਂਕਿ ਨਿਊ ਚੰਡੀਗੜ੍ਹ ਦੇ ਅਰਾਊਂਡ ਦਾ ਇਹ ਸਾਰਾ ਏਰੀਆ ਜਿੱਥੇ ਨਵਾਂ ਚੰਡੀਗੜ੍ਹ ਵਸਾਇਆ ਗਿਆ। ਨਵੇਂ ਚੰਡੀਗੜ੍ਹ ਦੇ ਵਿੱਚ ਬਹੁਤ ਵੱਡੇ ਬਿਲਡਰਸ ਐਂਡ ਅੱਗੇ ਜਿਹੜੀਆਂ ਹਾਊਸਿੰਗ ਕੰਪਨੀਜ਼ ਆ, ਉਹਨਾਂ ਵੱਲੋਂ ਡਿਵੈਲਪਮੈਂਟ ਸ਼ਹਿਰੀਕਰਨ ਦਾ ਜਿਹੜਾ ਪ੍ਰੋਸੈਸ ਸੀ ਉਹ ਬਹੁਤ ਤੇਜ਼ੀ ਦੇ ਨਾਲ ਹੋਇਆ, ਔਰ ਇੱਕ ਬਹੁਤ ਖੂਬਸੂਰਤ ਜਿਹੜਾ ਸ਼ਹਿਰ ਹੈ ਉਹ ਪੰਜਾਬ ਸਰਕਾਰ ਵੱਲੋਂ ਡਿਵੈਲਪ ਕੀਤਾ ਜਾ ਰਿਹਾ ਹੈ। ਕਰੋੜਾ ਪਿੰਡ ਦੇ ਵਿੱਚ ਹੀ 2200 ਏਕੜ ਤੋਂ ਵੀ ਕਿਤੇ ਜ਼ਿਆਦਾ ਜਿਹੜੀ ਜ਼ਮੀਨ ਸੀ ਉਹ ਹਥਿਆਲੀ ਗਈ ਸੀ ਇਨਫਲੂਐਂਸ਼ੀਅਲ ਵੀਆਈਪੀ ਵੀਵੀਆਈਪੀ ਲੋਕਾਂ ਦੇ ਵੱਲੋਂ। ਇਹ ਜਿਹੜਾ ਹਥਿਆਉਣ ਦਾ ਪ੍ਰੋਸੈਸ ਸੀ ਉਹ ਐਵੇਂ ਹੁੰਦਾ ਸੀ ਕਿ ਜਿਵੇਂ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਜਦੋਂ ਲੈਂਡ ਕੰਸੋਲੀਡੇਸ਼ਨ ਹੁੰਦੀ ਆ 1961 ਦੇ ਅਰਾਊਂਡ, ਜਾਂ ਉਸ ਤੋਂ ਥੋੜ੍ਹਾ ਜਦੋਂ ਪ੍ਰਤਾਪ ਸਿੰਘ ਕੈਰੋ ਸੀ, ਉਹਨਾਂ ਨੇ ਬਹੁਤ ਵੱਡਾ ਯੋਗਦਾਨ, ਬਹੁਤ ਵੱਡੀ ਭੂਮਿਕਾ ਲੈਂਡ ਕੰਸੋਲੀਡੇਸ਼ਨ ਦੇ ਵਿੱਚ ਪਾਈ ਸੀ। ਉਸ ਟਾਈਮ ਜਿਹੜੀਆਂ ਕੁਝ ਜ਼ਮੀਨਾਂ ਸੀ ਉਹ ਪਿੰਡਾਂ ਦੇ ਨਾਮ ਤੇ ਛੱਡੀਆਂ ਜਾਂਦੀਆਂ ਸੀ। ਪੂਰੇ ਭਾਰਤ ਦੇ ਵਿੱਚ ਅੱਜ ਵੀ ਇਹ ਚੀਜ਼ ਚੱਲਦੀ ਆ। ਮਹਾਤਮਾ ਗਾਂਧੀ ਅਕਸਰ ਕਹਿੰਦੇ ਸੀ ਜਿਹੜਾ ਭਾਰਤ ਆ ਉਹ ਪਿੰਡਾਂ ਦਾ ਦੇਸ਼, ਔਰ ਜਿਹੜੇ ਪਿੰਡ ਆ ਉਹਨਾਂ ਨੂੰ ਇੱਕ ਬਹੁਤ ਡਿਵੈਲਪਡ ਐਂਟੀਟੀ ਬਣਾਉਣਾ ਮਹਾਤਮਾ ਗਾਂਧੀ ਜੀ ਦਾ ਸੁਪਨਾ ਸੀ। ਸੋ ਹਰ ਪਿੰਡ ਦੇ ਵਿੱਚ ਇੱਕ ਸ਼ਾਮਲਾਟ ਦੀ ਜਗ੍ਹਾ, ਇੱਕ ਕਾਮਨ ਲੈਂਡ ਹੁੰਦੀ ਹੈ। ਉਹ ਜਿਹੜੀ ਜ਼ਮੀਨ ਹੈ, ਜਿਵੇਂ ਹੁਣ ਕਰੋੜਾ ਪਿੰਡ ਦੇ ਵਿੱਚ ਜਿਹੜੇ ਚੰਡੀਗੜ੍ਹ ਦੇ ਬਿਲਕੁਲ ਨਾਲ ਦਾ ਆ, ਉਹਦੇ ਵਿੱਚ ਉਹ ਜ਼ਮੀਨ ਜਿਹੜੀ 1994 ਤੋਂ
ਕਦੀ ਗ੍ਰਾਮ ਦੇ ਦੀ ਜ਼ਮੀਨ ਹੁੰਦੀ ਸੀ ਜਾਂ ਕਦੀ ਪੰਚਾਇਤ ਦੀ ਜ਼ਮੀਨ ਹੁੰਦੀ ਸੀ, ਉਸ ਜ਼ਮੀਨ ਨੂੰ ਇੱਕਦਮ 1994 ਤੋਂ ਹੀ ਮੁਟੇਸ਼ਨਸ ਕਰਕੇ, ਮੁਟੇਸ਼ਨਸ ਮਤਲਬ ਕਿ ਅਦਲਾ ਬਦਲੀ ਕਰਕੇ ਜਾਂ ਇੰਤਕਾਲ ਕਰਕੇ ਉਹਨਾਂ ਨੂੰ ਹੌਲੀ ਹੌਲੀ 96 97 98 ਜਾਂ 2000 ਤੱਕ ਆਉਂਦਿਆਂ ਇੰਡੀਵਿਜੂਅਲਸ ਦੇ ਨਾਮ ਤੇ ਕਰ ਦਿੱਤਾ ਗਿਆ। ਮਤਲਬ ਕਿ ਜਿਹੜੀ ਜ਼ਮੀਨ ਇੱਕ ਸਰਕਾਰੀ ਜ਼ਮੀਨ ਸੀ, ਇੱਕ ਪੰਚਾਇਤ ਦੀ ਜ਼ਮੀਨ ਸੀ, ਉਹਨਾਂ ਨੂੰ ਬਹੁਤ ਡਾਕੂਮੈਂਟਸ ਦੀਆਂ ਹੇਰਾਫੇਰੀਸ ਕਰਕੇ ਇੰਡੀਵਿਜੂਅਲਸ ਇੱਕ ਇਨਸਾਨ ਦੇ ਨਾਮ ਤੇ ਰਜਿਸਟਰ ਕਰ ਦਿੱਤਾ ਗਿਆ। ਮਤਲਬ ਕਿ ਇੱਕ ਤਰ੍ਹਾਂ ਨਾਲ ਵੇਚ ਦਿੱਤੀ ਗਈ ਔਰ ਉਸ ਇਨਸਾਨ ਵੱਲੋਂ ਫਰਦਰ ਪਾਵਰ ਆਫ ਅਟਾਰਨੀਜ਼ ਦੇ ਕੇ ਐਦਾਂ ਦੀਆਂ ਗੇਮਸ ਖੇਡੀਆਂ ਗਈਆਂ ਕਿ ਵਿੱਚੋਂ ਕਈ ਸ਼ੇਅਰ ਇੱਕ ਜ਼ਮੀਨ ਦੇ ਵਿੱਚ ਕਈ ਸ਼ੇਅਰ ਕਈ ਲੋਕਾਂ ਦੇ ਪਵਾਏ ਗਏ ਤਾਂ ਕਿ ਪੈਸੇ ਖੱਟ ਸਕਣ। ਬੇਸਿਕਲੀ ਇਹਦੇ ਵਿੱਚ ਜੋ ਵੀ ਜ਼ਮੀਨ ਕਿਸੇ ਦੇ ਨਾਮ ਟ੍ਰਾਂਸਫਰ ਹੁੰਦੀ ਸੀ ਉਹਦੀ ਕੋਈ ਡੀਮਾਰਕੇਸ਼ਨ ਗਰਾਊਂਡ ਤੇ ਨਹੀਂ ਸੀ ਕੀਤੀ ਜਾਂਦੀ। ਡੀਮਾਰਕੇਸ਼ਨ ਦਾ ਮਤਲਬ ਹੋ ਗਿਆ ਕੋਈ ਵੀ ਨਿਸ਼ਾਨਦੇਹੀ ਉੱਥੇ ਜਾ ਕੇ ਨਹੀਂ ਕੀਤੀ ਜਾਂਦੀ ਸੀ। ਇਹ ਜਿਹੜੀਆਂ ਜ਼ਮੀਨਾਂ ਸੀ ਇਹ ਕਾਗਜ਼ਾਂ ਦੇ ਵਿੱਚ ਲੋਕਾਂ ਦੇ ਨਾਮ ਬੋਲਦੀਆਂ ਸੀ, ਬਟ ਉਸ ਜਗ੍ਹਾ ਦੇ ਉੱਤੇ ਜਿਵੇਂ ਕਾਂਸਲ ਪਿੰਡ ਹੋ ਗਿਆ, ਕਰੋੜਾ ਹੋ ਗਿਆ ਜਾਂ ਜਿਹੜਾ ਸਿਸਵਾ ਹੋ ਗਿਆ, ਉੱਥੇ ਜਿਸ ਜਗ੍ਹਾ ਦੇ ਉੱਤੇ ਜਾ ਕੇ ਜਿਹਨੇ ਕਬਜ਼ਾ ਕਰ ਲਿਆ ਉਹ ਜ਼ਮੀਨ ਉਹਦੀ ਹੋ ਜਾਏਗੀ, ਕਿਉਂਕਿ ਉਹ ਜਿਹੜਾ ਏਰੀਆ ਆ ਉਹਦੇ ਨਾਲ ਦਾ ਸਾਰਾ ਏਰੀਆ ਫੋਰੈਸਟ ਵੱਲੋਂ ਪ੍ਰੋਟੈਕਟਡ ਏਰੀਆ ਆ, ਕਿਉਂਕਿ ਉੱਥੇ ਛੋਟੇ ਜੰਗਲ ਹੈ। ਇਸ ਕਰਕੇ ਸਾਰੀ ਜਿਹੜੀ ਜ਼ਮੀਨ ਆ, ਕੁਛ ਜ਼ਮੀਨ ਫੋਰੈਸਟ ਡਿਪਾਰਟਮੈਂਟ ਜੰਗਲਾਤ ਮਹਿਕਮੇ ਦੇ ਅੰਦਰ ਆਉਂਦੀ ਆ ਔਰ ਕੁਛ ਜ਼ਮੀਨ ਜਿਹੜੀ ਉਹ ਪੰਚਾਇਤਾਂ ਜਾਂ ਸ਼ਾਮਲਾਟਾਂ ਦੀ ਜਗ੍ਹਾ ਆ। ਪਰ ਇਹਨਾਂ ਦੇ ਉੱਤੇ ਜਿਹੜੇ ਜ਼ੋਰਾਵਰ ਸੀ ਉਹਨਾਂ ਨੇ ਪਹਿਲਾਂ ਡਾਕੂਮੈਂਟਸ ਦੇ ਵਿੱਚ ਹੇਰ-ਫੇਰ ਕਰਾ ਕੇ ਜਾਂ ਕਿਸੇ ਤਰ੍ਹਾਂ ਜ਼ਮੀਨਾਂ ਆਪਣੇ ਨਾਮ ਕਰਵਾਈਆਂ। ਉਸ ਤੋਂ ਬਾਅਦ ਜਿਹੜੀ ਵੀ ਜ਼ਮੀਨ ਉਹਨਾਂ ਨੂੰ ਸਹੀ ਲੱਗੀ ਉਹਦੇ ਤੇ ਜਾ ਕੇ ਉਹਨਾਂ ਨੇ ਕਬਜ਼ਾ ਕਰਕੇ ਆਪਣਾ ਪਹਾੜਾਂ ਦੇ ਪੈਰਿਆਂ ਦੇ ਵਿੱਚ ਫਾਰਮ ਹਾਊਸ ਬਣਾਉਣ ਦੇ ਸੁਪਨੇ ਪੂਰੇ ਕੀਤੇ। ਸੋ ਇਹ ਸੀ ਜਸਟਿਸ ਕੁਲਦੀਪ ਸਿੰਘ ਦੀ ਕਮਿਸ਼ਨ ਦੀ ਰਿਪੋਰਟ, ਜਿਹਨੇ ਐਡੇ ਵੱਡੇ ਇਨਫਲੂਐਂਸ਼ੀਅਲ ਲੋਕਾਂ ਦੇ ਨਾਮ ਸ਼ਰੇਆਮ ਕੋਰਟ ਦੇ ਅੱਗੇ ਰੱਖ ਦਿੱਤੇ। 2012 'ਚ ਕਮਿਸ਼ਨ ਬਣਦਾ ਹੈ, 2013 ਦੇ ਵਿੱਚ ਆਪਣੀ ਰਿਪੋਰਟ ਪਹਿਲੀ ਦਿੰਦਾ ਹੈ। ਉਸ ਤੋਂ ਅਗਲੇ ਸਾਲ ਇੱਕ ਨਵੀਂ ਰਿਪੋਰਟ ਵੀ ਇਹ ਦਿੰਦਾ ਔਰ ਉਸ ਤੋਂ ਬਾਅਦ ਆਪਣੇ ਹੈਲਥ ਇਸ਼ੂਜ਼ ਦਾ ਕੰਸਰਨ ਦੇ ਕੇ ਜਸਟਿਸ ਕੁਲਦੀਪ ਸਿੰਘ ਇਸ ਕਮਿਸ਼ਨ ਚੋਂ ਬਾਹਰ ਹੋ ਜਾਂਦੇ ਆ, ਟ੍ਰਿਬਿਊਨਲ ਚੋਂ ਬਾਹਰ ਹੋ ਜਾਂਦੇ। ਉਹ ਕਹਿੰਦੇ ਮੇਰੀ ਸਿਹਤ ਇਜਾਜ਼ਤ ਨਹੀਂ ਦਿੰਦੀ, ਮੈਂ ਇਸ ਕਰਕੇ ਅੱਗੇ ਕਾਰਵਾਈ ਨਹੀਂ ਕਰ ਸਕਦਾ। ਹੁਣ ਅੱਗੇ ਜਦੋਂ ਐਡੇ ਵੱਡੇ ਨਾਮ ਆਪਣੇ ਸਾਹਮਣੇ ਆ ਗਏ, ਸਰਕਾਰ ਦੇ ਸਾਹਮਣੇ ਆ ਗਏ, ਤਾਂ ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਕੀ ਕਾਰਵਾਈ ਕੀਤੀ ਗਈ, ਹੁਣ ਇੱਕ ਵਾਰੀ ਉਹਦੇ ਤੇ ਨਿਗਾਹ ਮਾਰਦੇ ਹਾਂ। 2014 ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਰਕਾਰ ਨੂੰ ਕਿਹਾ, ਪੰਜਾਬ ਸਰਕਾਰ ਨੂੰ, ਕਿ ਕਿਉਂ ਨਾ ਪਿੰਡਾਂ ਵਾਲੇ ਲੋਕਾਂ ਤੋਂ ਜਿਨ੍ਹਾਂ ਦੀਆਂ ਜ਼ਮੀਨਾਂ ਗ੍ਰੈਬ ਹੋਈਆਂ ਨੇ ਆਪਾਂ ਉਹਨਾਂ ਤੋਂ ਕੰਪਲੇਂਟਸ ਇਨਵਾਈਟ ਕਰੀਏ ਔਰ ਇਹਦੇ ਤੇ ਫਰਦਰ ਕਾਰਵਾਈ ਕਰੀਏ। ਪਰ ਉਹ ਵੀ ਫਰਦਰ ਕੈਰੀ ਫਾਰਵਰਡ ਨਹੀਂ ਹੋ ਪਾਇਆ। ਹਾਈ ਕੋਰਟ ਨੇ ਬਹੁਤ ਵਾਰੀ ਪੰਜਾਬ ਸਰਕਾਰ ਨੂੰ ਇਹ ਚੀਜ਼ਾਂ ਕਹੀਆਂ ਕਿ ਜਸਟਿਸ ਕੁਲਦੀਪ ਸਿੰਘ ਦਾ ਜਿਹੜਾ ਕਮਿਸ਼ਨ ਦੀ ਰਿਪੋਰਟ ਹੈ ਉਹਨੂੰ ਲਾਗੂ ਕੀਤਾ ਜਾਵੇ, ਉਹਦੇ ਤੇ ਐਕਸ਼ਨ ਲਿਆ ਜਾਵੇ, ਪਰ ਨਹੀਂ ਲਿਆ ਗਿਆ। 2018-19 ਦੇ ਵਿੱਚ ਵੀ ਤੁਸੀਂ ਖਬਰ ਦੇਖ ਪਾ ਰਹੇ ਹੋ, ਡਿਸਪਾਈਟ ਆਫ ਦ ਬੈਨ ਤਾਂ ਵੀ ਖਰੀਦੋ ਫਰੋਖਤ ਇਹਨਾਂ ਜ਼ਮੀਨਾਂ ਦੀ ਇਸ ਏਰੀਆ ਦੇ ਵਿੱਚ ਚੱਲ ਰਹੀ ਸੀ। ਹੁਣ ਅੱਗੇ ਗੱਲ ਕਰਦੇ ਹਾਂ ਕਿ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਦੀਆਂ ਰਿਕਮੈਂਡੇਸ਼ਨਸ ਕੀ ਸੀ, ਜਿਹੜੀਆਂ ਰਿਕਮੈਂਡੇਸ਼ਨ ਹਾਈ ਕੋਰਟ ਵਾਰ-ਵਾਰ ਪੰਜਾਬ ਸਰਕਾਰ ਨੂੰ ਲਾਗੂ ਕਰਨ ਲਈ ਕਹਿੰਦਾ ਸੀ। ਔਰ ਨਾਲ ਹੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੀ ਇਹ ਜਿਹੜਾ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਹੈ, ਪਲੱਸ ਨਾਲ ਹੀ ਇਹ ਲੈਂਡ ਗ੍ਰੈਬਿੰਗ ਦਾ ਮੁੱਦਾ ਆ, ਇੱਕ ਪੋਲੀਟੀਕਲ ਮੁੱਦਾ ਹੀ ਬਣ ਕੇ ਰਹਿ ਗਿਆ, ਜਿਹੜਾ ਹਰ ਇਲੈਕਸ਼ਨਾਂ ਦੇ ਵਿੱਚ ਔਨ ਐਂਡ ਆਫ ਚੱਲਦਾ ਹੀ ਰਹਿੰਦਾ, ਉਛਾਲਿਆ ਜਾਂਦਾ। ਨਵਜੋਤ ਸਿੰਘ ਸਿੱਧੂ ਕੰਟੀਨਿਊਸ ਇਸ ਕਮਿਸ਼ਨ ਦੀ ਰਿਪੋਰਟ ਤੇ ਗੱਲ ਕਰਦੇ ਆ ਤੇ ਕਾਰਵਾਈ ਦੀ ਮੰਗ ਕਰਦੇ ਆ। ਇਸ ਕਮਿਸ਼ਨ ਦੀਆਂ ਜਿਹੜੀਆਂ ਰਿਕਮੈਂਡੇਸ਼ਨ ਸੀ, ਸਭ ਤੋਂ ਪਹਿਲਾਂ ਤਾਂ ਇਸ ਕਮਿਸ਼ਨ ਦੀ ਰਿਪੋਰਟ ਨੇ ਕਿਹਾ ਕਿ ਇਹਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਪੰਜਾਬ ਸਰਕਾਰ ਤੋਂ ਨਹੀਂ ਕਰਾਉਣੀ ਚਾਹੀਦੀ, ਪੰਜਾਬ ਸਰਕਾਰ ਦੇ EMPLOYEES ਤੋਂ ਨਹੀਂ ਕਰਾਉਣੀ ਚਾਹੀਦੀ, ਇਹਨੂੰ CBI ਤੋਂ ਕਰਵਾਉਣਾ ਚਾਹੀਦਾ, CBI ਇਹਦੀ ਇਨਵੈਸਟੀਗੇਸ਼ਨ ਕਰੇ। ਨਾਲ ਹੀ ਉਹਨਾਂ ਨੇ ਦੂਸਰੀ ਰਿਕਮੈਂਡੇਸ਼ਨ ਦਿੱਤੀ ਕਿ ਇੱਕ ਸਪੈਸ਼ਲ ਆਫਿਸਰ ਬਣਾ ਕੇ ਹਰ ਜ਼ਿਲ੍ਹੇ ਦੇ ਵਿੱਚ ਸਪੈਸ਼ਲ ਆਫਿਸਰ ਬਣਾਏ ਜਾਣ। ਉਹ ਆਫਿਸਰ ਫਾਸਟ ਟਰੈਕ ਕੋਰਟਸ ਬਣਾ ਕੇ ਅਲੱਗ ਤੋਂ ਇੱਕ ਐਕਸਕਲੂਸਿਵ ਕੋਰਟਸ ਹੋਣ, ਜਿਹੜੀਆਂ ਸਿਰਫ ਔਰ ਸਿਰਫ ਇਲੀਗਲ ਕਬਜ਼ੇ ਜਿਹੜੇ ਹੋਏ ਨੇ ਉਹਨਾਂ ਮਸਲਿਆਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰੇ ਔਰ ਜਿਹੜੀ ਬਣਦੀ ਕਾਰਵਾਈ ਆ ਉਹ ਕਰਨ ਦੇ ਲਈ ਅਲੱਗ ਕੋਰਟਸ ਹੋਣੀਆਂ ਚਾਹੀਦੀਆਂ ਨੇ। ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇਹੀ ਗੱਲ ਕਹੀ ਵੀ CBI ਦੇ ਹੱਥ 'ਚ ਇਸ ਕੇਸ ਨੂੰ ਦੇ ਦਿਓ, ਇਹਦੇ ਵਿੱਚ ਬਹੁਤ ਕੁਛ ਆ ਔਰ ਪੰਜਾਬ ਸਰਕਾਰ ਤੋਂ, ਪੰਜਾਬ ਗਵਰਨਮੈਂਟ ਤੋਂ ਉਮੀਦ ਨਾ ਰੱਖੋ। ਇਹ ਸਪਸ਼ਟ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਕਿਹਾ। ਨੰਬਰ 3 ਦੀ ਰਿਕਮੈਂਡੇਸ਼ਨ ਇਹ ਸੀ ਕਿ ਹਾਈ ਕੋਰਟ ਨੂੰ ਆਪਣੇ ਲੈਵਲ ਤੇ ਹੀ ਸੂਓ ਮੋਟੋ ਨੋਟਿਸ ਲੈ ਕੇ ਜਿੰਨੇ ਵੀ ਕੇਸ ਪੁਰਾਣੇ ਨੇ ਉਹਨਾਂ ਨੂੰ ਰੀਓਪਨ ਕਰਨਾ ਚਾਹੀਦਾ ਔਰ ਆਪਣੇ ਆਪ ਹੀ ਕਾਰਵਾਈ ਆਰੰਭਣੀ ਚਾਹੀਦੀ ਹੈ ਹਾਈ ਕੋਰਟ ਨੂੰ। ਨੰਬਰ 4 ਤੇ ਉਹਨਾਂ ਨੇ ਰਿਕਮੈਂਡੇਸ਼ਨ ਦਿੱਤੀ ਵੀ ਜਿੰਨੀਆਂ ਵੀ ਜਮ੍ਹਾਂਬੰਦੀਆਂ ਇਹੋ ਜਿਹੀਆਂ ਜ਼ਮੀਨਾਂ ਦੀਆਂ ਨੇ ਜਾਂ ਜੋ ਵੀ ਕਾਗਜ਼ ਹੈ ਉਹਨਾਂ ਨੂੰ ਡਿਸਪੋਜ਼ ਆਫ ਕਰ ਦੇਣਾ ਚਾਹੀਦਾ ਔਰ ਉਹ ਜ਼ਮੀਨਾਂ ਵਾਪਿਸ ਜਿਹੜੀਆਂ ਉਹ ਪੰਚਾਇਤਾਂ ਦੇ ਕੋਲ ਆਉਣੀਆਂ ਚਾਹੀਦੀਆਂ।
ਅਗਲੀਆਂ ਦੋ ਰਿਕਮੈਂਡੇਸ਼ਨ ਇਸ ਕਮਿਸ਼ਨ ਦੀਆਂ ਬਹੁਤ ਇੰਪੋਰਟੈਂਟ ਸੀ। ਉਹਨਾਂ ਨੇ ਸਭ ਤੋਂ ਪਹਿਲੀ ਗੱਲ ਤਾਂ ਓਬਵੀਅਸਲੀ ਕਹੀ ਕਿ ਜਿਨ੍ਹਾਂ ਨੇ ਗਲਤ ਕੀਤਾ ਆ ਉਹਨਾਂ ਨੂੰ ਬਣਦੀ ਸਜ਼ਾ ਮਿਲਣੀ ਚਾਹੀਦੀ ਆ, ਔਰ ਇਨਕਲੂਡਿੰਗ ਉਹਨਾਂ ਨੂੰ ਵੀ ਜਿਨ੍ਹਾਂ ਨੇ ਕਬਜ਼ੇ ਕੀਤੇ ਹੋਏ ਆ, ਜਿਨ੍ਹਾਂ ਦੇ ਨਾਮ ਤੇ ਜ਼ਮੀਨ ਨਹੀਂ ਆ ਪਰ ਉਹਨਾਂ ਨੇ ਕਬਜ਼ੇ ਕਰਕੇ ਉੱਥੇ ਬਹੁਤ ਸਾਲਾਂ ਤੋਂ ਫਾਰਮ ਹਾਊਸ 'ਚ ਰਹਿਣਾ, ਉਸ ਲਗਜ਼ਰੀ ਨੂੰ ਇੰਜੋਏ ਕੀਤਾ, ਉਹਨਾਂ ਤੇ ਵੀ ਬਣਦੀ ਕਾਰਵਾਈ ਅੰਡਰ ਦਾ ਲਾਅ ਕਰੋ। ਜਿਹੜੀ ਅਗਲੀ ਗੱਲ ਉਹਨਾਂ ਨੇ ਰਿਕਮੈਂਡੇਸ਼ਨ ਦਿੱਤੀ ਸੀ ਉਹ ਬਹੁਤ ਇੰਪੋਰਟੈਂਟ ਹੈ ਅੱਜ ਦੇ ਟਾਈਮ ਦੇ ਵਿੱਚ ਵੀ। ਉਹਨਾਂ ਨੇ ਸਿੱਧੇ ਔਰ ਸਾਫ਼ ਸ਼ਬਦਾਂ ਦੇ ਵਿੱਚ ਕਹਿਤਾ ਸੀ ਕਿ ਜਿਹੜਾ ਆਪਣਾ ਰੈਵਨਿਊ ਇੰਸਟੀਟਿਊਸ਼ਨ ਹੈ, ਜਿਸ ਢੰਗ ਨਾਲ ਉਹ ਕੰਮ ਕਰਦਾ ਹੈ, ਜਿਵੇਂ ਪਟਵਾਰੀਜ਼ ਐਂਡ ਕਨਗੋਜ਼, ਇਹ ਬਹੁਤ ਕਰਪਟ ਹੈ। ਇਹਨਾਂ ਦੀ ਜਿਹੜੀ ਕਰਪਸ਼ਨ ਆ ਉਹਨੂੰ ਖਤਮ ਨਹੀਂ ਕੀਤਾ ਜਾ ਸਕਦਾ, ਬਲਕਿ ਇਹ ਜਿਹੜੀਆਂ ਪੋਸਟਾਂ ਨੇ ਪਟਵਾਰੀ ਔਰ ਕਨਗੋ ਵਾਲੀਆਂ, ਇਹਨਾਂ ਨੂੰ ਹੀ ਖਤਮ ਕਰ ਦੇਣਾ ਚਾਹੀਦਾ, ਔਰ ਇਹਦੀ ਜਗ੍ਹਾ ਦੇ ਉੱਤੇ ਇੱਕ ਨਵਾਂ ਰੈਵਨਿਊ ਇੰਸਪੈਕਟਰ ਲਗਾਉਣ ਵਾਲਾ ਸਿਸਟਮ ਬਣਾਉਣਾ ਚਾਹੀਦਾ ਹੈ, ਤਾਂ ਕਿ ਇਸ ਚੀਜ਼ ਨੂੰ ਬਹੁਤ ਟਰਾਂਸਪੇਰੈਂਟ ਰੱਖਿਆ ਜਾ ਸਕੇ ਔਰ ਜਿਹੜੀ ਕਰਪਸ਼ਨ ਹੈ ਔਰ ਜੋ ਵੀ ਸਕੈਮ ਹੋਏ ਨੇ ਉਹਨੂੰ ਪਿੱਛੇ ਉਹਨੂੰ ਆਪਾਂ ਖਤਮ ਕਰ ਸਕੀਏ। ਸੋ ਮਤਲਬ ਕਿ ਪੂਰਾ ਰੈਵਨਿਊ ਇੰਸਟੀਟਿਊਸ਼ਨ ਦਾ ਜਿਸ ਤਰ੍ਹਾਂ ਦਾ ਪਟਵਾਰੀਜ਼ ਐਂਡ ਕਨਗੋਜ਼ ਦਾ ਢੰਗ ਆ ਉਹਨੂੰ ਉਹਨਾਂ ਨੇ ਅਬੋਲਿਸ਼ ਕਰਨ ਦੀ ਗੱਲ ਇਸ ਕਮੇਟੀ ਦੇ ਵਿੱਚ ਕਹੀ, ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜਾ ਪੰਜਾਬ ਦੇ ਜ਼ਮੀਨ ਨਾਲ ਜੁੜੇ ਹੋਏ ਜਿਹੜੇ ਐਕਟ ਹੈ ਉਹਨਾਂ ਦੇ ਵਿੱਚ ਵੀ, ਜਿਵੇਂ ਪੰਚਾਇਤੀ ਜ਼ਮੀਨ ਦਾ ਐਕਟ ਹੈ ਔਰ ਜਿਵੇਂ ਲੈਂਡ ਕੰਸੋਲੀਡੇਸ਼ਨ ਦਾ ਐਂਡ ਫਰਦਰ ਹੋਰ ਜਿਹੜੇ ਐਕਟ ਆ ਉਹਨਾਂ ਦੇ ਵਿੱਚ ਵੀ ਅਮੈਂਡਮੈਂਟ ਕਰਨ ਦੀ ਜ਼ਰੂਰਤ ਹੈ ਪੰਜਾਬ ਸਰਕਾਰ ਨੂੰ। ਆਖਰੀ ਰਿਕਮੈਂਡੇਸ਼ਨ ਜੋ ਇਸ ਕਮਿਸ਼ਨ ਵੱਲੋਂ ਦਿੱਤੀ ਗਈ, ਉਹਨਾਂ ਨੇ ਕਿਹਾ ਕਿ ਜਿੰਨੀ ਵੀ ਸ਼ਾਮਲਾਟ ਦੀ ਜ਼ਮੀਨ ਹੈ, ਜਿੰਨੀ ਵੀ ਕਾਮਨ ਜ਼ਮੀਨ ਹੈ ਜਾਂ ਜਿੰਨੀ ਵੀ ਫੋਰੈਸਟ ਏਰੀਆ ਦੀ ਜ਼ਮੀਨ ਹੈ, ਇਹਨਾਂ ਜ਼ਮੀਨਾਂ ਦਾ ਪੂਰਾ ਆਡਿਟ ਜ਼ਿਲ੍ਹੇ ਦੇ ਜਿਹੜੇ ਕਲੈਕਟਰ ਆ, ਇਹ ਕਲੈਕਟਰ ਆਫਿਸਰ ਪਰਟੀਕੂਲਰ ਲਾਉਣਾ ਚਾਹੀਦਾ, ਔਰ ਉਹ ਇਹਦਾ ਆਡਿਟ ਜਿਹੜਾ ਉਹ ਹਰ ਸਾਲ ਕਰੇ ਤਾਂ ਕਿ ਹਿਸਾਬ ਕਿਤਾਬ ਨਾਲ ਦੀ ਨਾਲ ਹੀ ਰੱਖਿਆ ਜਾ ਸਕੇ। ਇਹ ਰਿਕਮੈਂਡੇਸ਼ਨਸ ਜਿਹੜੀਆਂ ਸੀ ਬਹੁਤ ਇੰਪੋਰਟੈਂਟ ਸੀ, ਪਰ ਇਹਨਾਂ ਨੂੰ ਫੋਲੋ ਨਹੀਂ ਕੀਤਾ ਗਿਆ। ਉਸ ਤੋਂ ਬਾਅਦ ਸਰਕਾਰ ਨੇ 2018 ਦੇ ਵਿੱਚ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਉਹਨਾਂ ਨੇ ਇੱਕ ਕੈਬਨਿਟ ਸਬ ਕਮੇਟੀ ਬਣਾਈ। ਕੈਪਟਨ ਅਮਰਿੰਦਰ ਸਿੰਘ ਜਦੋਂ ਸਰਕਾਰ 'ਚ ਆਏ, ਉਹਨਾਂ ਦਾ ਇੱਕ ਸੁਪਨਾ ਵੀ ਸੀ ਔਰ ਇੱਕ ਉਹਨਾਂ ਦੀ ਮਜਬੂਰੀ ਵੀ ਸੀ, ਕਿਉਂਕਿ ਪੰਜਾਬ ਦੇ ਵਿੱਚ ਇੰਡਸਟਰੀ ਨੂੰ ਬੂਸਟ ਕਰਨ ਦੀ ਜ਼ਰੂਰਤ ਸੀ। ਆਪਾਂ ਜਾਣਦੇ ਪੰਜਾਬ ਇੱਕ ਐਗਰੀਕਲਚਰ ਬੇਸਡ ਸਾਰੀ ਇਕੋਨਮੀ ਹੈ, ਪਰ ਇਹਨੂੰ ਥੋੜ੍ਹਾ ਜਿਹਾ ਇੰਡਸਟਰੀ ਵੱਲ ਮੋੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਔਰ ਕਰਨਾ ਪਏਗਾ ਤਾਂ ਕਿ ਪੰਜਾਬ ਦਾ ਜਿਹੜਾ ਰੈਵਨਿਊ ਉਹਨੂੰ ਬੂਸਟ ਮਿਲ ਸਕੇ। ਜਿਹੜੇ ਪ੍ਰੋਗਰੈਸਿਵ ਪੰਜਾਬ ਸਮਿਟ ਵਗੈਰਾ ਆਪਾਂ ਇੱਦਾਂ ਦੀਆਂ ਸਮਿਟਸ ਜਾਣਦੇ ਹਾਂ, ਸੁਖਬੀਰ ਸਿੰਘ ਬਾਦਲ ਦੀ ਸਰਕਾਰ ਵੱਲੋਂ ਵੀ ਕੀਤਾ ਗਿਆ ਸੀ ਔਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਵੀ। ਇਹਦੇ ਵਿੱਚ ਉਹਨਾਂ ਦਾ ਇੱਕ ਇਹੀ ਸੀ ਕਿ ਜਿੰਨੀ ਵੀ ਜ਼ਮੀਨ ਜਿਹੜੇ ਇਹ ਇੰਡਸਟਰੀਅਲਿਸਟ ਜਿਨ੍ਹਾਂ ਨੇ ਆਪਣੀ ਇੰਡਸਟਰੀ ਲਾਉਣੀ ਆ ਉਹਨਾਂ ਨੂੰ ਚਾਹੀਦੀ ਹੋਊਗੀ ਉਹ ਅਸੀਂ ਦੇਵਾਂਗੇ, ਜਿੰਨੇ ਵੀ ਘੱਟ ਤੋਂ ਘੱਟ ਰੇਟ ਪੋਸੀਬਲ ਹੋ ਸਕੇ। ਸੋ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਇੱਕ ਪਾਸੇ ਤਾਂ ਇਹ ਚੀਜ਼ ਕਰ ਦਿੱਤੀ ਕਿ ਉਹਨਾਂ ਨੇ ਕਿਹਾ ਕਿ ਜਿਹੜੀ ਪਿੰਡ ਦੀਆਂ ਸ਼ਾਮਲਾਟ ਦੀਆਂ ਜ਼ਮੀਨਾਂ ਨੇ ਉਹਨਾਂ ਨੂੰ ਅਸੀਂ ਪਰਮਿਸ਼ਨ ਦਿੰਦੇ ਹਾਂ। ਇੱਕ ਉਹਨਾਂ ਨੇ ਆਪਣੀ ਕੈਬਨਿਟ ਮੀਟਿੰਗ ਦੇ ਵਿੱਚ ਹੀ ਪਾਸ ਕੀਤਾ ਕਿ ਇੱਕ ਅਮੈਂਡਮੈਂਟ ਕਰਦੇ ਆ, ਅਮੈਂਡਮੈਂਟ ਕਰਕੇ ਕਿ ਜਿੰਨੀਆਂ ਵੀ ਪਿੰਡ ਦੀਆਂ ਸ਼ਾਮਲਾਟ ਦੀਆਂ ਜ਼ਮੀਨਾਂ ਨੇ ਉਹਨਾਂ ਦੇ ਉੱਤੇ ਜਿਹੜੇ ਪ੍ਰਾਈਵੇਟ ਲੋਕ ਆ ਜਾਂ ਛੋਟੀਆਂ ਇੰਡਸਟਰੀਜ਼ ਆ ਉਹ ਜ਼ਮੀਨ ਨੂੰ ਲੀਜ਼ 'ਤੇ ਲੈ ਕੇ ਜਾਂ ਉਹਨਾਂ ਨਾਲ ਕੰਟਰੈਕਟ ਕਰਕੇ ਇੰਸਟਾਲਮੈਂਟਸ ਦੇ ਵਿੱਚ ਪਿੰਡ ਨੂੰ ਪੈਸੇ ਦੇ ਕੇ ਉੱਥੇ ਆਪਣਾ ਕਾਰੋਬਾਰ ਸ਼ੁਰੂ ਕਰ ਦੇਣਗੀਆਂ। ਇਸ ਚੀਜ਼ ਦਾ ਉਸ ਟਾਈਮ 'ਤੇ ਕਾਫੀ ਵਿਰੋਧ ਕੀਤਾ ਗਿਆ ਸੀ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦਾ ਤਾਂ ਕਹਿਣਾ ਸੀ ਕਿ ਮੈਂ ਪਿੰਡਾਂ ਦੇ ਵਿੱਚ ਇੰਡਸਟਰੀਅਲ ਰੈਵੋਲੂਸ਼ਨ ਲੈ ਕੇ ਆਊਂਗਾ ਇਸ ਚੀਜ਼ ਦੇ ਨਾਲ, ਪਰ ਉਸ ਟਾਈਮ ਜਿਹੜੀਆਂ ਕਿਸਾਨ ਜਥੇਬੰਦੀਆਂ ਸੀ ਐਂਡ ਹੋਰ ਜਿਹੜੇ ਸੂਝਵਾਨ ਲੋਕ ਸੀ ਉਹਨਾਂ ਵੱਲੋਂ ਕਿਹਾ ਗਿਆ ਕਿ ਇਹਦੇ ਨਾਲ ਜਿਹੜੇ ਪੰਜਾਬ ਦੀਆਂ ਪਿੰਡਾਂ ਦੀਆਂ ਸ਼ਾਮਲਾਟ ਦੀਆਂ ਜ਼ਮੀਨਾਂ ਨੇ ਖਤਮ ਹੋ ਜਾਣਗੀਆਂ ਔਰ ਬੇਸਿਕਲੀ ਪਿੰਡ ਖਤਮ ਹੋ ਜਾਣਗੇ। ਸ਼ਾਮਲਾਟਾਂ ਦੀ ਜ਼ਮੀਨ ਆਪਾਂ ਅੱਗੇ ਜਾ ਕੇ ਗੱਲ ਕਰਦੇ ਹਾਂ, ਪਿੰਡ ਦੇ ਲਈ ਕਮਾਈ ਦਾ ਸੋਰਸ ਹੁੰਦਾ ਹੈ। ਸੋ 2018 ਦੇ ਵਿੱਚ ਹੀ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਇੱਕ ਕੈਬਨਿਟ ਸਬ ਕਮੇਟੀ ਬਣਾ ਦਿੱਤੀ ਗਈ ਔਰ ਇਸ ਸਬ ਕਮੇਟੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਵੀ ਸੀ, ਨਾਲ ਹੋਰ ਵੀ ਇੱਕ ਜਸਟਿਸ ਸੀਗੇ ਔਰ ਨਾਲ ਪੰਜਾਬ ਦੇ ਐਕਸ ਡੀਜੀਪੀ ਸੀ, ਏਡੀਜੀਪੀ ਜਿਹੜੇ ਚੰਦਰ ਸ਼ੇਖਰ ਸੀ, ਉਹਨਾਂ ਨੂੰ ਵੀ ਵਿੱਚ ਲੈ ਕੇ ਇੱਕ ਸਬ ਕਮੇਟੀ ਬਣਾਈ ਗਈ। ਇਸ ਸਬ ਕਮੇਟੀ ਦਾ ਕੰਮ ਇਹ ਸੀ ਟੂ ਆਈਡੈਂਟੀਫਾਈ ਕਿਹੜੀਆਂ ਜ਼ਮੀਨਾਂ 'ਤੇ ਨਜਾਇਜ਼ ਕਬਜ਼ੇ ਨੇ ਔਰ ਉਹਨਾਂ ਨੂੰ ਛਡਵਾਉਣਾ ਆ। ਸੋ ਇਸ ਕਮੇਟੀ ਦੇ ਵਿੱਚ ਬਹੁਤ ਆਪਣੇ ਮਿਨਿਸਟਰਸ ਵੀ ਸੀਗੇ, ਜਿਵੇਂ ਲੋਕਲ ਬਾਡੀਜ਼ ਮਿਨਿਸਟਰ ਨਵਜੋਤ ਸਿੰਘ ਸਿੱਧੂ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਵਿੰਦਰ ਸਿੰਘ ਸਰਕਾਰੀਆ। ਇਸ ਤੋਂ ਇਲਾਵਾ ਜਿਹੜੀਆਂ ਜਿੱਦਾਂ ਮੋਹਾਲੀ ਦੀ ਐਮਸੀ ਹੋ ਗਈ, ਗਮਾਡਾ ਹੋ ਗਈ ਡਿਵੈਲਪਮੈਂਟ ਅਥਾਰਟੀ, ਪਲੱਸ ਨਾਲ ਲੁਧਿਆਣਾ ਦੀ ਹੋ ਗਈ, ਅੰਮ੍ਰਿਤਸਰ ਦੀ, ਜਿਹੜੇ ਵੱਡੇ ਸ਼ਹਿਰ ਨੇ ਜਿੱਥੇ ਸ਼ਹਿਰੀਕਰਨ ਜ਼ਿਆਦਾ ਹੈ ਉਹਨਾਂ ਦੀਆਂ ਡਿਵੈਲਪਮੈਂਟ ਅਥਾਰਟੀਜ਼ ਦੇ ਮੈਂਬਰਸ ਨੂੰ ਵੀ, ਪਲੱਸ ਮੇਅਰਸ ਨੂੰ ਵੀ, ਐਮਸੀ ਨੂੰ ਵੀ, ਪੰਚਾਇਤਾਂ ਦੇ ਕੁਝ ਲੋਕਾਂ ਨੂੰ ਵੀ, ਕਾਫੀ ਮਤਲਬ ਲੋਕਾਂ ਨੂੰ ਇਨਕਲੂਡਿੰਗ ਦਾ ਵਕਫ ਬੋਰਡ ਦੇ ਜਿਹੜੇ ਲੋਕ ਸੀਗੇ ਨੁਮਾਇੰਦੇ ਸੀ ਉਹਨਾਂ ਨੂੰ ਲੈ ਕੇ ਐਂਡ ਜੰਗਲਾਤ ਮਹਿਕਮੇ ਦੇ ਲੋਕਾਂ ਨੂੰ ਵੀ ਨਾਲ ਲੈ ਕੇ ਕੋਸ਼ਿਸ਼ ਕੀਤੀ ਗਈ ਕਿ ਇੱਕ ਤਰ੍ਹਾਂ ਨਾਲ ਆਈਡੈਂਟੀਫਾਈ ਕੀਤਾ ਜਾਵੇ ਉਹ ਜ਼ਮੀਨਾਂ ਨੂੰ,
ਪਰ ਉਹਦੇ ਤੇ ਅਗਲੀ ਕਾਰਵਾਈ ਜਿਹੜੀ ਆ ਉਹਦੀ ਮੇਰੇ ਕੋਲ ਕੋਈ ਰਿਪੋਰਟ ਕਿਤੇੋਂ ਨਹੀਂ ਮੈਨੂੰ ਮਿਲੀ ਕਿ ਇਸ ਨਵਜੋਤ ਸਿੱਧੂ ਦੇ ਅੰਦਰ ਬਣੀ ਹੋਈ ਇਸ ਕਮੇਟੀ ਨੇ ਆਪਣੀ ਰਿਪੋਰਟ ਤਾਂ ਸਬਮਿਟ ਕੀਤੀ ਔਰ ਉਸ ਰਿਪੋਰਟ ਦੇ ਵਿੱਚ ਮੋਟੀਆਂ-ਮੋਟੀਆਂ ਗੱਲਾਂ ਇਹ ਕਹੀਆਂ ਗਈਆਂ ਕਿ ਪੰਜਾਬ ਦੇ ਇੰਨੇ ਲੱਖ ਏਕੜਾਂ ਤੇ ਕਬਜ਼ਾ ਇਲੀਗਲ ਢੰਗ ਦੇ ਨਾਲ ਆ, ਪਰ ਇਹਦਾ ਪ੍ਰੈਕਟੀਕਲ ਸੋਲੂਸ਼ਨ ਮੈਨੂੰ ਇਹਦੇ ਵਿੱਚ ਕਿਤੇ ਵੀ ਨਜ਼ਰ ਨਹੀਂ ਆਇਆ। ਇਸ ਸਬ ਕਮੇਟੀ ਜਿਹੜੀ ਨਵਜੋਤ ਸਿੰਘ ਸਿੱਧੂ ਦੇ ਅੰਦਰ ਬਣੀ ਸੀ, ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਬਣਾਈ ਸੀ, ਇਹਦੇ ਵਿੱਚੋਂ ਨਵਜੋਤ ਸਿੰਘ ਸਿੱਧੂ ਬਹੁਤ ਜਲਦੀ ਹੀ ਬਾਹਰ ਹੋ ਗਏ ਸੀ। ਉਹ ਆਪਣਾ ਅਸਤੀਫਾ ਦੇ ਗਏ ਸੀਗੇ ਲੋਕਲ ਬਾਡੀਜ਼ ਮਿਨਿਸਟਰੀ ਤੋਂ ਔਰ ਉਸ ਤੋਂ ਬਾਅਦ ਉਹਨਾਂ ਨੇ ਇਸ ਸਬ ਕਮੇਟੀ ਨੇ ਇੱਕ ਮੋਨੀਟਰਿੰਗ ਕਮੇਟੀ ਬਣਾਉਣ ਦੀ ਸ਼ੁਰੂ ਕੀਤੀ। ਮਤਲਬ ਕਿ ਕਮੇਟੀਆਂ ਚੱਲੀਆਂ ਪਰ ਕੋਈ ਪ੍ਰੈਕਟੀਕਲ ਸੋਲੂਸ਼ਨ ਕਿਤੇ ਵੀ ਨਜ਼ਰ ਨਹੀਂ ਆਇਆ। ਸੋ ਕਰਾ ਕੇ ਇਹ ਪੂਰੇ ਦਾ ਪੂਰਾ ਲੈਂਡ ਗ੍ਰੈਬਿੰਗ ਦਾ ਜੋ ਵੀ ਮੁੱਦਾ ਸੀ, ਜਿਹੜੀਆਂ ਜ਼ਮੀਨਾਂ ਖਾ ਗਏ ਜਿਹੜੇ ਵੱਡੇ ਲੋਕ ਸੀਗੇ, ਉਹ ਸਿਰਫ ਔਰ ਸਿਰਫ ਇੱਕ ਪੋਲੀਟੀਕਲ ਮੁੱਦਾ ਹੀ ਬਣ ਕੇ ਰਹਿ ਚੁੱਕਾ ਹੈ। ਔਰ ਇਹ ਤਾਂ ਜਿਹੜੇ ਜ਼ਮੀਨਾਂ ਖਾਣ ਵਾਲੀਆਂ ਲੈਂਡ ਸ਼ਾਰਕਾਂ ਸੀ, ਇਹ ਵੀ ਖੁਦ ਜ਼ਿਆਦਾਤਰ ਪੋਲੀਟੀਕਲ IAS ਬਿਊਰੋਕਰੇਟ ਇਹੀ ਲੋਕ ਸੀਗੇ। DJP ਸੀ ਕੋਈ ਐਂਡ ਕੋਈ ਫਲਾਣਾ ਸੀਗਾ। ਪੂਰੇ ਜ਼ੋਰਾਵਰ ਲੋਕ ਜਿਹੜੇ ਸੀਗੇ ਉਹਨਾਂ ਵੱਲੋਂ ਇਹ ਕੰਮ ਕੀਤਾ ਗਿਆ ਔਰ ਇਸ ਮੁੱਦੇ ਦਾ ਫਿਰ ਹੱਲ ਕਿਵੇਂ ਕਰਨਾ ਸੀ, ਇਸ ਮੁੱਦੇ ਤੇ ਸਿਰਫ ਔਰ ਸਿਰਫ ਹੱਲ ਦੀ ਬਜਾਏ ਰਾਜਨੀਤੀ ਹੋਈ। ਉਸ ਟਾਈਮ ਜਦੋਂ ਇੱਕ ਕਮਿਸ਼ਨ ਬਣਿਆ, ਉਸ ਟਾਈਮ ਅਕਾਲੀ ਦਲ ਨਹੀਂ ਸੀ ਚਾਹੁੰਦਾ ਇਹ ਕਮਿਸ਼ਨ ਬਣੇ, ਇਸ ਕਰਕੇ ਸੁਪਰੀਮ ਕੋਰਟ ਗਏ। ਜਦੋਂ ਕਮਿਸ਼ਨ ਦੀ ਰਿਪੋਰਟ ਆ ਗਈ, ਉਸ ਟਾਈਮ ਵੀ ਅਕਾਲੀ ਦਲ ਸਰਕਾਰ BJP ਸਰਕਾਰ ਨੇ ਕਿਹਾ ਕਿ ਇਹ ਸਿਰਫ ਔਰ ਸਿਰਫ ਕਾਗਜ਼ੀ ਰਿਪੋਰਟ ਹੈ, ਇਹਦੇ 'ਚ ਨਥਿੰਗ ਇਜ਼ ਪ੍ਰੈਕਟੀਕਲ। ਸੋ ਅਸੀਂ ਇਸ ਰਿਪੋਰਟ ਦਾ ਕੀ ਕਰਾਂਗੇ, ਸੋ ਉਹਨੂੰ ਵੀ ਫਰਦਰ ਲਾਗੂ ਨਹੀਂ ਕੀਤਾ ਗਿਆ। ਪਲੱਸ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਉਂਦੀ ਹੈ, ਉਹਨਾਂ ਵੱਲੋਂ ਵੀ ਕੋਈ ਖਾਸ ਕਾਰਵਾਈ ਨਹੀਂ ਕੀਤੀ ਜਾਂਦੀ ਇਸ ਕਮਿਸ਼ਨ ਤੇ। ਆਪਾਂ ਜਾਣਦੇ ਹਾਂ ਹੁਣ ਇੱਕ ਨਵੀਂ ਸਰਕਾਰ ਆਈ ਹੈ, ਨਵੀਂ ਸਰਕਾਰ ਤੋਂ ਦੇਖਦੇ ਹਾਂ ਫਰਦਰ ਕੀ ਕਰਦੇ ਆ, ਹਜੇ ਉਹਨਾਂ ਨੂੰ ਟਾਈਮ ਦਿੰਦੇ ਆ। ਨਵਜੋਤ ਸਿੰਘ ਸਿੱਧੂ ਹਮੇਸ਼ਾ ਹੀ ਇਹਦੇ ਤੇ ਮੁੱਦਾ ਚੱਕਦੇ ਰਹੇ ਨੇ, ਪਰ ਉਹ ਖੁਦ ਇਸ ਕਮੇਟੀ ਦੇ ਮੈਂਬਰ ਸੀ, ਪਰ ਰੱਬ ਜਾਣਦਾ ਵੀ ਉਹ ਕਿਉਂ ਛੱਡ ਕੇ ਚਲੇ ਗਏ। ਅਗਰ ਉਹਨਾਂ ਨੂੰ ਇੱਦਾਂ ਦਾ ਮੌਕਾ ਮਿਲਿਆ ਸੀ ਐਡਾ ਵੱਡਾ ਕੰਮ ਕਰਨ ਦਾ, ਤਾਂ ਉਹਨਾਂ ਨੂੰ ਇਹ ਕੰਮ ਲੋਕਾਂ ਨੂੰ ਕਰਕੇ ਦਿਖਾਉਣਾ ਚਾਹੀਦਾ ਸੀ ਔਰ ਆਪਣੇ ਆਪ ਨੂੰ ਇੱਕ ਸਥਾਪਿਤ ਪੋਲੀਟੀਸ਼ੀਅਨ ਬਣਾਉਣ ਦਾ ਮੌਕਾ ਸੀ ਮੇਰੇ ਹਿਸਾਬ ਨਾਲ ਨਵਜੋਤ ਸਿੰਘ ਸਿੱਧੂ ਜੀ ਕੋਲ ਇਸ ਟਾਈਮ। ਇਸ ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਆਖਰੀ ਗੱਲ ਕਰਦੇ ਹਾਂ ਕਿ ਸ਼ਾਮਲਾਟ ਦੀ ਜ਼ਮੀਨ ਕੀ ਹੁੰਦੀ ਹੈ। ਸ਼ਾਮਲਾਟ ਦੀ ਜ਼ਮੀਨ ਜਿਹੜੇ ਪਿੰਡ, ਹਰ ਇੱਕ ਪਿੰਡ ਦੇ ਨਾਲ ਇੱਕ ਐਕਸਟਰਾ ਜ਼ਮੀਨ ਹੁੰਦੀ ਹੈ, ਜਿਹੜੀ ਉਸ ਪਿੰਡ ਦੇ ਸਾਰੇ ਵਾਸੀਆਂ ਦੀ ਇੱਕ ਕਲੈਕਟਿਵ ਜ਼ਮੀਨ ਹੁੰਦੀ ਹੈ। ਉਹਦੇ ਤੇ ਕਿਸੇ ਇੱਕ ਪਿੰਡ ਵਾਸੀ ਦਾ ਹੱਕ ਨਹੀਂ ਹੁੰਦਾ, ਨਾ ਹੀ ਪੰਚਾਇਤ ਦਾ ਹੱਕ ਹੁੰਦਾ। ਪਲੱਸ ਇੱਕ ਸਮੂਹਿਕ ਤੌਰ ਤੇ ਪੂਰੇ ਪਿੰਡ ਦੀ ਸਾਂਝੀ ਜ਼ਮੀਨ ਹੁੰਦੀ ਹੈ, ਤਾਂ ਕਿ ਲੋੜ ਪਈ ਤੇ ਕੱਲ੍ਹ ਨੂੰ ਉੱਥੇ ਸਕੂਲ ਬਣਾਏ ਜਾ ਸਕਣ, ਡਿਸਪੈਂਸਰੀਆਂ ਬਣਾਈਆਂ ਜਾ ਸਕਣ, ਹਸਪਤਾਲ, ਸੀਵਰੇਜ ਟ੍ਰੀਟਮੈਂਟ ਪਲਾਂਟ, ਜਿਹੜੇ ਟੋਬੇ ਜਾਂ ਜਿਹੜੇ ਤਲਾਬ ਜਾਂ ਜਿਹੜੇ ਪੌਂਡ ਲੋਕਾਂ ਦੇ ਪਸ਼ੂਆਂ ਦੇ ਲਈ ਪਾਣੀ ਪੀਣ ਦੇ ਲਈ ਜਾਂ ਹੋਰ ਤਰ੍ਹਾਂ ਪਾਣੀ ਇਕੱਠਾ ਕਰਨ ਦੇ ਲਈ, ਰੇਨ ਵਾਟਰ ਹਾਰਵੈਸਟਿੰਗ ਲਈ ਇੱਦਾਂ ਦੇ ਕੋਈ ਬਣਾਏ ਜਾ ਸਕਣ। ਜਾਂ ਜੰਝ ਘਰ, ਪੰਚਾਇਤ ਘਰ ਤੁਸੀਂ ਦੇਖੇ ਹੋਣਗੇ ਪਿੰਡਾਂ ਦੇ ਵਿੱਚ ਬਣੇ ਹੁੰਦੇ ਆ। ਇਹੋ ਜਿਹੀਆਂ ਜਿਹੜੀਆਂ ਅਮੈਨਿਟੀਜ਼ ਜਿਹਨੂੰ ਪੂਰਾ ਪਿੰਡ ਵਰਤ ਸਕੇ, ਉਹ ਬਣਾਈਆਂ ਜਾ ਸਕਣ। ਇਸ ਕਰਕੇ ਸ਼ਾਮਲਾਟ ਦੀ ਜ਼ਮੀਨ ਹਰ ਇੱਕ ਪਿੰਡ ਦੀ ਇੱਕ ਗਹਿਣਾ ਹੁੰਦੀ ਆ, ਇੱਕ ਪ੍ਰੋਪਰਟੀ ਹੁੰਦੀ ਆ ਪਿੰਡ ਦੇ ਸਮੂਹਿਕ ਲੋਕਾਂ ਦੀ। ਇਹ ਜ਼ਮੀਨ ਜਿਹੜੀ ਹੈ ਇਹਨੂੰ ਵੇਚਿਆ ਨਹੀਂ ਜਾ ਸਕਦਾ, ਇਹਨੂੰ ਸਿਰਫ ਔਰ ਸਿਰਫ 33 ਸਾਲਾਂ ਦੀ ਲੀਜ਼ ਤੇ ਦਿੱਤਾ ਜਾ ਸਕਦਾ। ਕਾਨੂੰਨੀ ਤੌਰ ਤੇ ਇਹ ਅਲਾਟਮੈਂਟ ਹੋ ਸਕਦੀ ਔਰ ਜਾਂ ਇਹ ਪਿੰਡ ਦੀ ਜਿਹੜੀ ਜ਼ਮੀਨ ਹੈ ਇਹ ਸਰਕਾਰ ਦੇ ਕੋਲ ਦਿੱਤੀ ਜਾ ਸਕਦੀ ਹੈ, ਤਾਂ ਕਿ ਸਰਕਾਰ ਇਹਨੂੰ ਡਿਵੈਲਪ ਕਰ ਸਕੇ, ਕੋਈ ਗਰਾਊਂਡ ਬਣਾ ਸਕੇ, ਫੁੱਟਬਾਲ ਗਰਾਊਂਡ ਜਾਂ ਕੁਝ ਹੋਰ ਕਿਸੇ ਢੰਗ ਦੇ ਨਾਲ ਵਿਕਸਿਤ ਕਰ ਸਕੇ ਉਸ ਜ਼ਮੀਨ ਨੂੰ, ਤਾਂ ਕਿ ਪਿੰਡ ਦਾ ਵਿਕਾਸ ਹੋਵੇ। ਪੰਜਾਬ ਦੇ 2/3 ਪਿੰਡਾਂ ਦੇ ਵਿੱਚ ਜਿਹੜੀ ਸ਼ਾਮਲਾਟ ਦੀ ਜਗ੍ਹਾ ਆ, ਉਹ ਇੱਕ ਉਪਜਾਊ ਧਰਤੀ ਹੈ। ਉਪਜਾਊ ਧਰਤੀ ਦਾ ਮਤਲਬ ਹੈ ਕਿ ਉੱਥੇ ਲੋਕ ਖੇਤੀ ਕਰਦੇ ਆ ਸਮੂਹਿਕ ਤੌਰ ਤੇ ਔਰ ਉਹਦਾ ਜਿਹੜਾ ਪ੍ਰੋਫਿਟ ਹੁੰਦਾ ਹੈ, 2/3 ਪਿੰਡਾਂ ਦੇ ਵਿੱਚ ਜਿਹੜੀ ਜ਼ਮੀਨ ਆ ਉਹ ਉਪਜਾਊ ਹੈ। ਮਤਲਬ ਕਿ ਉਹਦਾ ਜਿਹੜਾ ਪ੍ਰੋਫਿਟ ਆ ਉਹ 340 ਕਰੋੜ ਤੋਂ ਵੀ ਵੱਧ ਦਾ ਇੱਕ ਰਿਪੋਰਟ ਕਹਿੰਦੀ ਹੈ ਕਿ ਆਪਣੇ ਪੰਜਾਬ ਦੇ 2/3 ਪਿੰਡਾਂ ਨੂੰ ਲਾਭ ਹੁੰਦਾ ਹੈ। ਸੋ ਇਹ ਜਿਹੜਾ ਪੈਸਾ ਹੈ ਪਿੰਡ ਦੇ ਵਿਕਾਸ ਦੇ ਵਿੱਚ ਮਦਦਗਾਰ ਹੁੰਦਾ ਲੋਕਾਂ ਦੇ ਲਈ। ਪੰਜਾਬ ਦੇ ਵਿੱਚ 1.5 ਲੱਖ ਏਕੜ ਤੋਂ ਵੀ ਵੱਧ ਦੀ ਜ਼ਮੀਨ ਜਿਹੜੀ ਆ ਉਹ ਸ਼ਾਮਲਾਟ ਦੀ ਜ਼ਮੀਨ ਹੈ, ਜਿਹੜੀ ਜ਼ਮੀਨ ਪਿੰਡਾਂ ਦੇ ਲੋਕਾਂ ਦੀ ਪ੍ਰੋਪਰਟੀ ਹੈ। ਪਰ ਜਿਹੜੇ ਵਿਕਸਿਤ ਸ਼ਹਿਰ ਹੋ ਰਹੇ ਨੇ, ਜਿਹੜੇ ਜਿਨ੍ਹਾਂ 'ਚ ਬਹੁਤ ਕੁਇਕ ਐਂਡ ਰੈਪਿਡ ਅਰਬਨਾਈਜੇਸ਼ਨ ਹੋ ਰਹੀ ਹੈ, ਜਿਵੇਂ ਮੋਹਾਲੀ ਹੋ ਗਿਆ, ਲੁਧਿਆਣਾ, ਅੰਮ੍ਰਿਤਸਰ ਐਂਡ ਹੋਰ ਵੱਡੇ ਸ਼ਹਿਰ ਜਿਵੇਂ ਪਟਿਆਲਾ, ਉਹ ਪੰਚਾਇਤਾਂ ਦੇ ਨਾਲ ਮਤੇ ਪਵਾ ਕੇ ਇਹ ਜਿਹੜੀਆਂ ਕਮੇਟੀਜ਼ ਜਾਂ ਡਿਵੈਲਪਮੈਂਟ ਅਥਾਰਟੀਜ਼ ਆ, ਇਹ ਇਹਨਾਂ ਪਿੰਡਾਂ ਤੋਂ ਜ਼ਮੀਨਾਂ ਨੂੰ, ਪੰਚਾਇਤੀ ਜ਼ਮੀਨਾਂ ਨੂੰ ਲੈ ਤਾਂ ਰਹੀਆਂ ਨੇ, ਪਰ ਪਿੰਡਾਂ ਨੂੰ ਬਣਦੇ ਪੈਸੇ ਜਿਹੜੇ ਆ ਉਹ ਨਹੀਂ ਮੋੜ ਰਹੀਆਂ। ਕਈ ਪਿੰਡਾਂ ਦਾ ਜਿਹੜਾ ਪੈਸਾ ਆ ਉਹ ਕਈ ਡਿਵੈਲਪਮੈਂਟ ਅਥਾਰਟੀਜ਼ ਨੇ ਦੇਣਾ ਆ, ਜਿਹੜਾ ਹਜੇ ਤੱਕ ਉਹਨਾਂ ਪਿੰਡਾਂ ਨੂੰ ਨਹੀਂ ਮਿਲਿਆ। ਇਸ ਤੋਂ ਇਲਾਵਾ ਕਈ ਟਰਸਟ ਔਰ ਕਈ NGOs ਬਣਾ ਕੇ ਇਹ ਜਿਹੜੇ ਪੰਚਾਇਤੀ ਸ਼ਾਮਲਾਟ ਜ਼ਮੀਨਾਂ, ਇਹਨਾਂ ਦੀ ਹੇਰ ਫੇਰ ਪੰਜਾਬ ਦੇ ਰੈਵਨਿਊ ਆਫਿਸਰਸ, ਪਟਵਾਰੀਜ਼ ਐਂਡ ਕਨਗੋਜ਼ ਦੇ ਨਾਲ ਮਿਲ ਕੇ ਕੀਤੀ ਹੋਈ। ਆਪਾਂ ਜਾਣਦੇ ਹਾਂ ਬਹੁਤ ਪਟਵਾਰੀਜ਼ ਐਂਡ ਬਹੁਤ ਤਹਿਸੀਲਦਾਰ, ਬੜੇ ਕਨਗੋਜ਼ ਜਿਹੜੇ ਆ
ਉਹ ਜੇਲ੍ਹਾਂ ਦੇ ਵਿੱਚ ਦੇ ਆਰ ਲਿੰਗਰਿੰਗ, ਕਿਉਂਕਿ ਉਹਨਾਂ ਨੇ ਉਸ ਟਾਈਮ ਗਲਤ ਡਾਕੂਮੈਂਟਸ ਬਣਾ ਕੇ ਕਿਸੇ ਤਰ੍ਹਾਂ ਲੈਂਡ ਗ੍ਰੈਬ ਕਰਨ ਦੇ ਵਿੱਚ ਲੋਕਾਂ ਦੀ ਮਦਦ ਕੀਤੀ ਸੀ। ਇਸ ਤੋਂ ਇਲਾਵਾ ਅਗਰ ਆਪਾਂ ਆਲ ਓਵਰ ਇੰਡੀਆ ਦੀ ਗੱਲ ਕਰੀਏ ਤਾਂ ਆਪਣੇ ਭਾਰਤ ਦੇ ਵਿੱਚ ਜਿੰਨੀ ਵੀ ਜ਼ਮੀਨ ਹੈ ਉਹਦੇ ਵਿਚਲਾ 15% ਸ਼ੇਅਰ ਜਿਹੜਾ ਉਹ ਕਾਮਨ ਲੈਂਡ ਹੈ, ਉਹ ਪਿੰਡਾਂ ਦੀ ਕਾਮਨ ਏਰੀਆ ਆ ਜਿਹੜਾ 15% ਆ। ਪਰ ਹਰ 5 ਸਾਲਾਂ ਦੇ ਵਿੱਚ ਇਹ ਜਿਹੜਾ ਕਾਮਨ ਏਰੀਆ ਹੈ ਆਪਣਾ, ਇਹ 1.9% ਸਿੰਗੁੜਦਾ ਜਾ ਰਿਹਾ, ਸ਼ਰਿੰਕ ਹੁੰਦਾ ਜਾ ਰਿਹਾ। ਮਤਲਬ ਕਿ ਆਲ ਓਵਰ ਇੰਡੀਆ ਹੀ ਇਹ ਟ੍ਰੈਂਡ ਜਿਹੜਾ ਹੈ ਚੱਲ ਰਿਹਾ ਕਿ ਸਰਕਾਰੀ ਜ਼ਮੀਨਾਂ ਦੇ ਉੱਤੇ ਕਬਜ਼ੇ ਲੋਕ ਕਰ ਰਹੇ ਨੇ। ਈਵਨ ਜਿਹੜੇ ਫੋਰੈਸਟ ਜੰਗਲਾਤ ਮਹਿਕਮਿਆਂ ਦੇ ਜ਼ਮੀਨਾਂ ਨੇ ਉਹਨਾਂ 'ਤੇ ਵੀ ਕਬਜ਼ੇ ਨੇ, ਪਲੱਸ ਵਕਫ ਬੋਰਡ ਜਿਹੜੇ ਮੁਸਲਿਮਸ ਦੀ ਜਿਹੜਾ ਵਕਫ ਬੋਰਡ ਆ ਉਹਦੇ ਜਗ੍ਹਾਵਾਂ 'ਤੇ ਵੀ ਕਬਜ਼ੇ ਜਿਹੜੇ ਆ ਉਹ ਇਨਫਲੂਐਂਸ਼ੀਅਲ ਲੋਕਾਂ ਵੱਲੋਂ ਕੀਤੇ ਜਾ ਰਹੇ ਨੇ। ਸੋ ਇਹ ਸੀ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਦੀ ਰਿਪੋਰਟ। ਆਈ ਹੋਪ ਤੁਹਾਨੂੰ ਇਨਫੋਰਮੇਟਿਵ ਲੱਗੀ ਹੋਏਗੀ। ਅਗਰ ਅੱਛੀ ਲੱਗੀ ਤਾਂ ਡੂ ਸ਼ੇਅਰ ਦਿਸ ਵੀਡੀਓ। ਥੈਂਕ ਯੂ ਸੋ ਮਚ ਫॉर ਵਾਚਿੰਗ।